ਸੈਭੰ। ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਵਾਹਿਗੁਰੂ ਸਾਹਿਬ ਜੀਓ। ਵਿਚਰਨ ਸਮੈ ਭਣਿਓ ਸ਼੍ਰੀ ਨਾਨਕ। ਇਤੁ ਤੁਮ ਆਏ ਨਾ ਜਾਹੋ ਅਚਾਨਕ। ਬਸਹਾ ਖਡੂਰ ਤਹਾਂ ਹਮ ਆਵੈਂ। ਮਿਲਹਿ ਤੋਹੇ ਜਬ ਉਰ ਮਹਿ ਪਾਵੈਂ।
ਵਿਚਰਨ ਸਮੈ ਪਨਿਓ ਸ੍ਰੀ ਨਾਨਕ। ਇਤ ਤੁਮ ਆਏ ਨਾ ਜਾਹੋ ਅਚਾਨਕ। ਬਸਹਾ ਖਡੂਰ ਤਹਾਂ ਹਮ ਆਵੈ। ਮਿਲਹਿ ਤੋਹੇ ਜਬ ਉਰ ਮਹਿ ਭਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਾਹਰਾ ਜਹੂਰ, ਦੀਨਾ ਬੰਧੂ, ਭਗਤ ਵਛਲ, ਕਰੁਣਾ ਨਿਧਾਨ, ਸ਼ਬਦਾ ਅਵਤਾਰ, 10 ਪਾਤਸ਼ਾਹੀਓਂ ਜੀ ਦੇ ਪਾਵਨ ਪਵਿੱਤਰ ਸਰੂਪ, ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਖੁਸ਼ ਬਵਦ ਉਮਰ ਕੇ ਦਰ ਯਾਦ ਬੇਗੁਜ਼ਰਦ, ਵਰਨ ਹੈ ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਉਹ ਸਮਾਂ ਸਾਧ ਸੰਗਤ ਦੀ ਸਫਲਾ ਹੈ ਜਿਸ ਸਮੇਂ ਦੇ ਅੰਦਰ ਉਸ ਹਰੀ ਪ੍ਰਭੂ ਪਰਮੇਸ਼ਰ ਦੀ ਯਾਦ ਆਵੇ। ਸੱਚੇ ਪਾਤਸ਼ਾਹ ਦੀਨਾ ਬੰਧੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਬਰਤਾਂਤ, ਹਜ਼ੂਰ ਦੇ ਪਵਿੱਤਰ ਕੌਤਕ ਆਪ ਸਭ ਸੰਗਤਾਂ ਨਿਤਾ ਪ੍ਰਤੀ ਸਾਧ ਸੰਗਤ ਦੀਆਂ ਹਾਜ਼ਰੀਆਂ ਭਰ ਕਰਕੇ ਸਰਵਣ ਕਰਦੇ ਹੋ। ਜਥਾ ਪ੍ਰਸੰਗ ਗੁਰੂ ਮਹਿਮਾ ਦਾ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਹੈ। ਜਦੋਂ ਅੰਮ੍ਰਿਤਸਰ ਸਾਹਿਬ ਪਵਿੱਤਰ ਸਰੋਵਰ ਦੀ ਸੰਪੂਰਨਤਾ ਹੋਈ, ਸੱਚੇ ਪਾਤਸ਼ਾਹ ਦੀਆਂ ਪਾਵਨ ਪਵਿੱਤਰ ਹਰਿਮੰਦਰ ਦਾ ਸੁੰਦਰ ਸਥਾਨ ਵੀ ਸਾਜ ਦਿੱਤਾ। ਨਿਤਾ ਪ੍ਰਤੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿੰਦੇ ਹਰਿਮੰਦਰ ਦੇ ਪਵਿੱਤਰ ਸਥਾਨ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਭਾਏਮਾਨ ਹੁੰਦੇ। ਰੋਜ਼ ਸੰਗਤਾਂ ਮਹਾਰਾਜ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦੀਆਂ, ਮਹਾਰਾਜ ਦੇ ਮੁੱਖੋਂ ਸਿੱਖਿਆ ਉਪਦੇਸ਼ ਸੁਣ ਕਰਕੇ ਆਨੰਦ ਮਾਣਦੀਆਂ ਹਨ। ਸਮਾਂ ਆਇਆ ਤੇ ਸਾਧ ਸੰਗਤ ਜੀ ਜਿਨ੍ਹਾਂ ਸਿੱਖਾਂ ਨੇ ਸੇਵਾ ਕੀਤੀ ਸੀ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਬਣਨ ਸਮੇਂ ਜਾਂ ਪਵਿੱਤਰ ਸਰੋਵਰ ਵਿੱਚ ਖੁਦਾਈ ਵੇਲੇ ਟੋਕਰੀਆਂ ਢੋਈਆਂ, ਸੱਚੇ ਪਾਤਸ਼ਾਹ ਜੀਆਂ ਸਾਰਿਆਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਵੱਡੀਆਂ ਵੱਡੀਆਂ ਦਾਤਾਂ ਬਖਸ਼ੀਆਂ। ਭਾਈ ਭਗਤੂ ਜੀ ਵਰਗਿਆਂ ਨੂੰ ਬ੍ਰਹਮ ਗਿਆਨ ਦੀਆਂ, ਜੀਵਨ ਮੁਕਤ ਦੀਆਂ ਪਦਵੀਆਂ ਬਖਸ਼ੀਆਂ। ਮੰਝ ਪਿਆਰਾ ਗੁਰੂ ਕਾ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਭਾਈ ਬਹਿਲੋ ਸਭ ਤੋਂ ਪਹਿਲੋਂ। ਇਸ ਤੋਂ ਆਦਿਕ ਬੇਅੰਤ ਵਰਦਾਨ ਸਿੱਖਾਂ ਨੂੰ ਸੱਚੇ ਪਾਤਸ਼ਾਹ ਜੀਆਂ ਦਿੱਤੇ। ਤੋ ਸੇਵਾ ਤਾਂ ਸਿੱਖਾਂ ਬਹੁਤ ਕੀਤੀ, ਪਰ ਇਹ ਸਾਧ ਸੰਗਤ ਜੀ ਮਨੁੱਖ ਦਾ ਸੁਭਾਅ ਹੀ ਹੈ ਵੀ ਜਦੋਂ ਸੇਵਾ ਕਰ ਲਈਏ ਹੰਕਾਰ ਸੁਤੇ ਸਿੱਧਾ ਹੀ ਜਾਂਦਾ, ਭੁੱਲਣ ਅੰਦਰ ਸਭ ਕੋ। ਅਤੇ ਸਿੱਖ ਆਪਸ ਵਿੱਚ ਹੰਕਾਰ ਥੋੜ੍ਹਾ ਥੋੜ੍ਹਾ ਸਾਰਿਆਂ ਦੇ ਮਨ ਵਿੱਚ ਆਇਆ ਹੋਇਆ। ਕੋਈ ਸਿੱਖ ਆਖੇ ਵੀ ਸੇਵਾ ਕੀਤੀ ਅਤੇ ਅਸੀਂ ਸਾਡੇ ਪਰਿਵਾਰ ਨੇ, ਸਾਨੂੰ ਪਤਾ ਹੀ ਨਹੀਂ ਲੱਗਿਆ ਦਿਨ ਕਦੋਂ ਲੰਘਦਾ ਰਾਤ ਕਦੋਂ ਲੰਘਦੀ, ਅਤੇ ਘਰੇ ਨਹੀਂ ਗਏ 6-6 ਮਹੀਨੇ ਅਸੀਂ ਸਾਰੇ ਪਰਿਵਾਰ ਨੇ ਰਹਿ ਰਹੇ ਸੇਵਾ ਕੀਤੀ। ਦੂਜਾ ਆਖੇ ਨਹੀਂ ਭਾਈ ਸੇਵਾ ਤਾਂ ਕੀਤੀ, ਅਸਾਂ ਉਹ ਸੇਵਾ ਕੀਤੀ ਜਿੱਥੇ ਕੋਈ ਨਹੀਂ ਖੜਦਾ, ਵੱਡੀਆਂ ਟੋਕਰੀਆਂ ਭਰ ਭਰ ਕੇ ਅਸੀਂ ਡੂੰਘੇ ਸਰੋਵਰ 'ਚੋਂ ਕੱਢੀਆਂ। ਤੋ ਇਸ ਤਰ੍ਹਾਂ ਕੋਈ ਕਿਵੇਂ ਆਖੇ ਵੀ ਮੇਰੀ ਸੇਵਾ ਵੱਡੀ, ਕੋਈ ਆਖੇ ਮੇਰੀ ਸੇਵਾ।
ਵੀ ਗੱਲੀਂ ਬਾਤੀਂ ਇੱਕ ਦੂਜੇ ਨੂੰ ਜਣਾਉਂਦੇ ਸੀ ਸਿੱਖ ਵੀ ਮੈਂ ਸੇਵਾ ਵਧੀਕ ਕੀਤੀ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣ ਗਏ ਵੀ ਇਹਨਾਂ ਦੇ ਮਨ ਵਿੱਚ ਹੰਕਾਰ ਆ ਗਿਆ, ਤੇ ਜੇ ਹੰਕਾਰ ਆ ਗਿਆ ਤੇ ਇਹਨਾਂ ਦੀ ਕੀਤੀ ਸੇਵਾ ਬੇਫਲ ਚਲੀ ਜਾਣੀ ਹੈ। ਸੱਚੇ ਪਾਤਸ਼ਾਹ ਜੀਆਂ ਇਹਨਾਂ ਦੇ ਪਰਉਪਕਾਰ ਇਹਨਾਂ ਉੱਪਰ ਕਰਦੇ ਹੋਏ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਹੈ, ਕਿਰਪਾ ਕਰੋ ਇੱਕ ਸਾਖੀ ਸੁਣਾਓ ਵੀ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਾਂ ਦੀ ਪਰਖ ਕੀਤੀ ਸੋ ਤੇ ਕਿਵੇਂ ਭਲਾ ਪਰਖ ਕੀਤੀ ਸੀ, ਤੇ ਪਰਖ ਵਿੱਚ ਕਿਹੜਾ ਖਰਾ ਉਤਰਿਆ ਸੀ। ਤੁਸੀਂ ਤਾਂ ਸਾਖੀ ਸੀ ਨਾ, ਵੇਖਿਆ ਸਾਰਾ ਕੁਝ। ਬਾਬਾ ਬੁੱਢਾ ਸਾਹਿਬ ਜੀਆਂ ਫਿਰ ਸਾਧ ਸੰਗਤ ਜੀ ਆਖਿਆ, ਮਹਾਰਾਜ ਉਹ ਪਹਿਲਾ ਸਰੂਪ ਵੀ ਆਪ ਜੀ ਦਾ ਸੀ, ਪਰ ਫਿਰ ਵੀ ਜੇ ਪੁੱਛਦੇ ਹੋ ਮੈਨੂੰ, ਅਸੀਂ ਜਾਣਦੇ ਹਾਂ ਵੀ ਤੁਸੀਂ ਸਿੱਖਾਂ ਦਾ ਹੰਕਾਰ ਦੂਰ ਕਰਨ ਵਾਸਤੇ ਸਾਥੋਂ ਉਹ ਪਰਖ ਦੀ ਸਾਖੀ ਕਵਾ ਰਹੇ ਜੋ, ਤੇ ਮਹਾਰਾਜ ਫਿਰ ਤੁਸੀਂ ਹੁਕਮ ਕੀਤਾ ਅਸੀਂ ਜ਼ਰੂਰ ਸੁਣਾਵਾਂਗੇ। ਫਿਰ ਸੁਣਾਈ ਬਾਬਾ ਬੁੱਢਾ ਸਾਹਿਬ ਦੀਆਂ ਸਾਰੀ ਸਾਖੀ। ਹੈ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬੜੀਆਂ ਪਰਖਾਂ ਕੀਤੀਆਂ, ਲੰਗਰ ਮਹਾਰਾਜ ਨੇ ਬੰਦ ਕਰ ਦਿੱਤੇ, ਸਾਰਾ ਦਿਨ ਸਿੱਖਾਂ ਤੋਂ ਹਲ ਵਾਇਆ ਕਰਨ, ਤੇ ਹਲ ਉੱਥੇ ਖੇਤ ਹੀ ਸੁੱਟ ਸੁੱਟ ਕੇ ਭੱਜ ਗਏ ਸੀ ਬਹੁਤੇ ਸਿੱਖ। ਮਹਾਰਾਜ ਨੇ ਇੱਕ ਡੰਗ ਦਾ ਲੰਗਰ ਚੱਲਦਾ ਰਹਿਣ ਦਿੱਤਾ, ਇੱਕ ਡੰਗ ਦਾ ਬੰਦ ਕਰ ਦਿੱਤਾ। ਫਿਰ ਮਹਾਰਾਜ ਨੇ ਇੱਕ ਦਿਨ ਛੱਡ ਕੇ, ਫਿਰ 2 ਦਿਨ ਛੱਡ ਕੇ, ਇਸ ਤਰ੍ਹਾਂ ਦੀਆਂ ਪਰਖਾਂ ਕੀਤੀਆਂ ਤੇ ਕਰਤਾਰਪੁਰ ਸਾਹਿਬ ਦੀ ਰੌਣਕ ਕੁਝ ਹੀ ਦਿਨਾਂ ਵਿੱਚ ਦੌੜ ਗਈ। ਥੋੜ੍ਹੇ ਸਿੱਖ ਰਹਿ ਗਏ। ਉਹਨਾਂ ਸਿੱਖਾਂ ਦੀ ਪਰਖ ਮਹਾਰਾਜ ਜੀਆਂ ਕੀਤੀ। ਫਿਰ ਮਹਾਰਾਜ ਹਜ਼ੂਰ ਨੇ ਗੜਵਾ ਸੁੱਟਣਾ ਗਾਰੇ ਵਿੱਚ ਸ਼੍ਰੀ ਚੰਦ ਜੀ ਦੀ ਵੀ ਪਰਖ ਕੀਤੀ, ਲਖਮੀ ਦਾਸ ਦੀ ਪਰਖ ਕੀਤੀ, ਮਿਠਾਈਆਂ ਗੇਰਨ ਵੇਲੇ ਹੁਕਮ ਤੋਂ ਆਖੀ ਹੋਏ ਵੀ ਮਹਾਰਾਜ ਕਹਿੰਦੇ ਰੁੱਖਾਂ ਤੋਂ ਵੀ ਮਿਠਾਈਆਂ ਡਿੱਗੀਆਂ। ਉੱਥੇ ਵੀ ਭਾਈ ਲਹਿਣਾ ਜੀ ਪੂਰੇ ਉਤਰੇ, ਗਾਰੇ ਚੋਂ ਗੜਵਾ ਕੱਢਿਆ ਤੇ ਧਾਨ ਦੇ ਵਿੱਚੋਂ ਨਦੀਨ ਦੀ ਐਨ ਨੁੱਚੜਦੀ ਗਾਰੇ ਨਾਲ ਪੰਡ ਸਿਰ 'ਤੇ ਰੱਖ ਕੇ ਵਿਖਾ ਦਿੱਤਾ ਵੀ ਸੰਸਾਰ ਵਿੱਚ ਸਿੱਖ ਹੈ ਗੁਰੂ ਨਾਨਕ ਪਾਤਸ਼ਾਹ ਦਾ, ਇਹ ਖਰੇ ਉਤਰੇ। ਤੇ ਫਿਰ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੋਰ ਪਰਖ ਕੀਤੀ। ਉਹ ਜਿਵੇਂ ਆ ਬਿੱਲੇ ਮਾਰਨ ਵਾਲੇ ਹੁੰਦੇ ਆ, ਇਹੋ ਜਿਹਾ ਰੂਪ ਜਿਹਾ ਧਾਰ ਲਿਆ, ਕੱਚੀ ਲੱਸੀ ਦੇ ਛੱਟੇ ਮਾਰ ਲਏ, ਕਮਰ ਕੱਸਾ ਮੋਟੇ ਰੱਸੇ ਦਾ ਕਰ ਲਿਆ, ਸਿਰ 'ਤੇ ਇੱਕ ਉਹ ਗਲਿਆ ਵਾਣ ਬੰਨ੍ਹ ਲਿਆ, ਤੇ ਐਂ ਚਾਦਰਾ ਜਿਹਾ ਮੜਾਸਾ ਮਾਰ ਕੇ ਤੇ ਡੱਬ ਵਿੱਚ ਛੁਰਾ ਟੰਗ ਕੇ ਤੇ ਤੁਰ ਪਏ। ਕੁੱਤਾ ਇੱਕ ਤੇ 2 ਕੁੱਤੀਆਂ ਨਾਲ ਲੈ ਲਈਆਂ। ਸਿੱਖ ਵੇਖ ਕੇ ਹੈਰਾਨ ਹੋਏ ਵੀ ਇਹ ਮਹਾਰਾਜ ਦੀ ਸ਼ਾਇਦ ਨਾ ਉਮਰ ਵੱਡੀ ਹੋ ਗਈ ਹੈ, ਮਹਾਰਾਜ ਤਾਂ ਇਸ ਤਰ੍ਹਾਂ ਕਰਦੇ ਆ। ਜਿਹੜਾ ਲਾਗੇ ਆਵੇ ਮਹਾਰਾਜ ਇੱਕ ਡੰਡਾ ਸੀ ਹੱਥ ਵਿੱਚ, ਉਹ ਮਾਰਿਆ ਕਰਨ ਮੋਰਾਂ ਵਿੱਚ। ਸਾਰੀ ਮੋੜ ਤੇ ਮਹਾਰਾਜ ਨੇ ਪਿੱਛੇ, ਕੌਣ ਕੁੱਟ ਖਾਵੇ। ਸਾਰੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ 10 ਕੁ ਕਦਮ ਪਿੱਛੇ ਪਿੱਛੇ ਤੁਰਦੇ ਸੀ, ਤੇ ਭਾਈ ਲਹਿਣਾ ਜੀ ਦੇ ਵੀ ਪਈਆਂ, ਪਰ ਉਹ ਹਟੇ ਨਹੀਂ, ਉਹ ਨਾਲ ਹੀ ਤੁਰੇ ਜਾਣ। ਤੇ ਕੁਝ ਸਭ ਅੱਗੇ ਜਾ ਕੇ ਮਹਾਰਾਜ ਨਦੀ ਰਾਵੀ ਦੇ ਕਿਨਾਰੇ ਕਿਨਾਰੇ ਤੁਰੇ ਗਏ, ਤੇ ਪਰਖ ਵਾਸਤੇ ਮਹਾਰਾਜ ਨੇ ਇਹੋ ਜਿਹੀ ਦਇਆ ਕੀਤੀ ਵੀ ਧਰਤੀ ਦੇ ਉੱਪਰ ਬੜੇ ਹੀ ਪੈਸੇ ਖਿਲਰੇ ਵਿਖਾਏ। ਮਹਾਰਾਜ ਕਹਿੰਦੇ ਆ ਬੰਨੋ ਪੰਡਾਂ ਤੇ ਘਰਾਂ ਨੂੰ ਚਲੇ ਜਾਓ, ਕੀ ਲੈਣਾ ਸਿੱਖੀ ਤੋਂ। ਅੱਧੇ ਆਗੂ ਨੇ ਇਕੱਠੇ ਕੀਤੇ, ਮੁੜ ਗਏ। ਥੋੜ੍ਹਾ ਹੋਰ ਅੱਗੇ ਗਏ, ਮਹਾਰਾਜ ਨੇ ਫਿਰ ਚਾਂਦੀ ਦੇ ਰੁਪਈਏ ਵਿਖਾਏ ਸੀ, ਉਹ ਚਾਂਦੀ ਦੇ ਸਿੱਕੇ ਕੁਛ ਇਕੱਠੇ ਕਰਕੇ ਮੁੜ ਗਏ। ਹੋਰ ਅੱਗੇ ਜਾ ਕਰਕੇ ਕੋਈ ਬਹੁਤੇ ਸਿਦਕੀ ਕਹਿੰਦੇ ਸੀ ਜਿਹੜੇ ਆਪਦੇ ਆਪ ਨੂੰ, ਉੱਥੇ ਮਹਾਰਾਜ ਨੇ ਸੋਨੇ ਦੀਆਂ ਮੋਹਰਾਂ ਵਿਖਾਈਆਂ ਸਨ, ਤੇ ਸੋਨੇ ਨੂੰ ਵੇਖ ਕੇ ਸਾਰੇ ਹੀ ਡੋਲ ਗਏ ਸੀ। ਬਾਬਾ ਬੁੱਢਾ ਜੀ ਕਹਿੰਦੇ ਵੀ ਇੱਕ ਮੈਂ ਤੇ ਇੱਕ ਭਾਈ ਸਧਾਰਨ, ਭਾਈ ਭਗੀਰਥ ਤੇ ਚੌਥੇ ਭਾਈ ਲਹਿਣਾ ਜੀ ਰਹਿ ਗਏ। ਸਾਰੇ ਹੀ ਦੌੜ ਗਏ। ਤੇ ਮਹਾਰਾਜ ਸਾਨੂੰ ਪੁੱਛਦੇ ਵੀ ਤੁਸੀਂ ਨਹੀਂ ਗਏ, ਸਿੱਕੇ ਨਹੀਂ ਚੁੱਕੇ, ਤੁਸੀਂ ਨਹੀਂ ਸੋਨਾ ਇਕੱਠਾ ਕੀਤਾ। ਤੇ ਅਸੀਂ ਉਹਨਾਂ ਨੂੰ ਆਖਿਆ ਮਹਾਰਾਜ ਸਾਨੂੰ ਤਾਂ ਸਿੱਖੀ ਚਾਹੀਦੀ ਹੈ, ਸੋਨਾ ਚਾਂਦੀ ਮਾਇਆ ਨਹੀਂ ਚਾਹੀਦੀ। ਤੇ ਹੱਸ ਕੇ ਮਹਾਰਾਜ ਹੋਰ ਅੱਗੇ ਲੈ ਗਏ। ਇੱਕ ਥਾਂ ਤੇ ਲੱਕੜਾਂ ਦੀ ਚਿਖਾ ਚਿਣੀ ਪਈ ਤੇ ਉੱਪਰ ਚਿੱਟੇ ਖਾਫਣ ਵਿੱਚ ਮੁਰਦਾ ਪਿਆ। ਤੇ ਗੁਰੂ ਦੀਨ ਦਿਆਲ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਫਿਰ ਪੁੱਛਦੇ ਆ ਸਾਰਿਆਂ ਨੂੰ ਕਿ ਜਾਓ ਮੁੜ ਜਾਓ। ਮੁੜਦੇ ਕਿਉਂ ਨਹੀਂ? ਆਖਿਆ ਮਹਾਰਾਜ ਸਾਨੂੰ ਸਿੱਖੀ ਚਾਹੀਦੀ ਹੈ। ਮਹਾਰਾਜ ਕਹਿੰਦੇ ਸਿੱਖੀ ਚਾਹੀਦੀ ਤੇ ਫਿਰ ਆਓ ਮੁਰਦਾ ਖਾਓ। ਫਿਰ
ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਨੂੰ ਪਤਾ ਸੀ ਵੀ ਮਹਾਰਾਜ ਨੇ ਅਜੇ ਹੁਕਮ ਨਹੀਂ ਕੀਤਾ, ਅਜੇ ਤਾਂ ਬਚਨ ਕੀਤਾ ਨਾ ਮੁਰਦਾ ਖਾਓ। ਜੇ ਮਹਾਰਾਜ ਨੇ ਨਾਂ ਲੈ ਕੇ ਕਹਿ ਦਿੱਤਾ ਨਾ ਤੇ ਫਿਰ ਕੀ ਕਰਾਂਗੇ। ਹੱਥ ਜੋੜ ਕੇ ਆਖ ਦਿੱਤਾ ਮਹਾਰਾਜ ਮੁਰਦਾ ਵੀ ਕਦੇ ਕਿਸੇ ਖਾਧਾ? ਮਹਾਰਾਜ ਕਹਿੰਦੇ ਫਿਰ ਸਿੱਖੀ ਤਾਂ ਐਂ ਹੀ ਮਿਲੇਗੀ, ਖਾਓ ਮੁਰਦਾ ਆ ਕੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੀ ਦਸੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ, ਕਹਿਣ ਨੂੰ ਅਸੀਂ ਬੜੇ ਆਪਦੇ ਆਪ ਸਿੱਖ ਕਹਾਉਂਦੇ ਸਾਂ ਤੇ ਅਸੀਂ ਝਾੜੀਆਂ 'ਚ ਲੁਕ ਗਏ ਸੀ। ਤੇ ਇਹ ਜਾਣਦੇ ਕਿਤੇ ਮਹਾਰਾਜ ਸਾਨੂੰ ਆਵਾਜ਼ ਨਾ ਮਾਰ ਲੈਣ, ਅਸੀਂ ਲੁਕ ਗਏ ਤੇ ਭਾਈ ਲੈਣਾ ਉਹ ਉੱਥੇ ਹੀ ਖੜੇ ਰਹੇ ਤੇ ਮੁਰਦੇ ਦੀਆਂ ਪਰਿਕਰਮਾ ਕਰੀ ਜਾਣ ਘੇਰੇ ਘੇਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੈਣਾ ਜੀ ਕੀ ਵੇਖਦੇ ਹੋ, ਤੁਸੀਂ ਨਹੀਂ ਜਾਣਾ ਘਰ ਨੂੰ ਕਿ ਸਿੱਖੀ ਚਾਹੀਦੀ ਹੈ? ਮੁਰਦਾ ਖਾਂਦੇ ਕਿਉਂ ਨਹੀਂ ਜੇ ਸਿੱਖੀ ਚਾਹੀਦੀ ਹੈ? ਤੇ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਸਿੱਖੀ ਚਾਹੀਦੀ ਹੈ, ਮੁਰਦਾ ਖਾਵਾਂਗੇ, ਤੁਸੀਂ ਹੁਕਮ ਕਰੋ ਕਿਹੜੇ ਪਾਸਿਓਂ ਲੱਗੀਏ। ਆਖਿਆ ਜਿਹੜੇ ਪਾਸੋਂ ਮਰਜ਼ੀ ਲੱਗੋ। ਜਦ ਹੀ ਉਹ ਖੱਫਣ ਚੁੱਕ ਕੇ ਵੇਖਿਆ ਤੇ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਡਿੱਠੀ ਤੇ ਗਰੀਬ ਨਵਾਜ ਨੂੰ ਮਿੰਟੋ ਮਿੰਟ ਹੀ ਫਿਰ ਮਾਇਆ ਸਤਿਗੁਰਾਂ ਦੀ ਦਾਸੀ ਉਹ ਕੌਤਕੀ ਵਰਤਾਇਆ ਸੀ। ਕੋਈ ਮੁਰਦਾ ਨਾ ਰਹਿਆ, ਨਾ ਕੋਈ ਲੱਕੜ, ਥਾਂ ਹੋਰ ਦੀ ਹੋਰ ਬਣਿਆ ਹੋਇਆ ਸੀ। ਸਾਰਾ ਕੁਝ ਹੀ ਪਲਟਾ ਤਾ ਸੱਚੇ ਪਾਤਸ਼ਾਹ ਦੀਆਂ। ਫਿਰ ਪਤਾ ਲੱਗਿਆ ਵੀ ਇਹ ਤਾਂ ਪਰਖ ਕਰਦੇ ਸੀ ਸੱਚੇ ਪਾਤਸ਼ਾਹ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਐ ਸੁਣਾਉਂਦੇ ਸਾਖੀ, ਦੱਸਿਆ ਵੀ ਫਿਰ ਇਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਵੀ ਤੁਸੀਂ ਕਰਤਾਰਪੁਰ ਸਾਹਿਬ ਨਹੀਂ ਰਹਿਣਾ, ਤੁਸੀਂ ਚਲੇ ਜਾਓ ਇੱਥੋਂ ਖਡੂਰ ਸਾਹਿਬ। ਗੁਰੂ ਅੰਗਦ ਦੇਵ ਜੀ ਮਾਰੇ ਖਡੂਰ ਸਾਹਿਬ ਪਹੁੰਚੇ, ਮਾਤਾ ਭਰਾਈ ਦੀਆਂ ਬੜਾ ਪ੍ਰੇਮ ਕੀਤਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਰੂਪ ਜਾਣਿਆ ਤੇ ਕੁਝ ਗੁਣ ਮਾਤਾ ਖੀਵੀ ਜੀ ਦੇ ਦੱਸੇ ਬਾਬਾ ਬੁੱਢਾ ਸਾਹਿਬ ਜੀਆਂ ਵੀ ਬੜੇ ਨੇਕ ਸੁਭਾਅ ਦੇ ਸੀ ਮਾਤਾ ਖੀਵੀ ਜੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜਦੋਂ ਗੱਲ ਸੁਣਦੇ ਸੀ ਕੋਈ ਤੇ ਐ ਨਹੀਂ ਖੜੇ ਰਹਿੰਦੇ ਸੀ, ਹੱਥ ਜੋੜ ਕੇ ਸੁਣਦੇ ਸੀ। ਤੇ ਜੇ ਸੱਚੇ ਪਾਤਸ਼ਾਹ ਦੇ ਕਮਰੇ ਵਿੱਚ ਆਉਣਾ ਹੁੰਦਾ ਸੀ, ਮਹਾਰਾਜ ਦੇ ਜਿੱਥੇ ਆਸਣ ਸੀ, ਪਹਿਲਾਂ ਖੜ ਕੇ ਅਰਦਾਸ ਕਰਦੇ ਸੀ, ਆਗਿਆ ਮੰਗਦੇ ਸੀ, ਮਹਾਰਾਜ ਆਗਿਆ ਤੁਹਾਡੇ ਇਸ ਅਸਥਾਨ 'ਤੇ ਆਉਣ ਦੀ। ਵੀ ਇਸ ਤਰ੍ਹਾਂ ਦੇ ਸਨ ਮਾਤਾ ਖੀਵੀ ਜੀ। ਤੇ ਬਹੁਤ ਇਹਨਾਂ ਦੀ ਘਾਲਣਾ ਮਹਾਰਾਜ ਦਾ ਬੜਾ ਖਿਆਲ ਰੱਖਦੇ ਸੀ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣੀ। ਅੱਗੇ ਬਾਬਾ ਬੁੱਢਾ ਸਾਹਿਬ ਜੀ ਇਹ ਸੰਗਤਾਂ ਦਾ ਹੰਕਾਰ ਨਿਵਰਤ ਕਰੀ ਜਾ ਰਹੇ ਗੁਰੂ ਅਰਜਨ ਦੇਵ ਮਹਾਰਾਜ ਦੇ ਹਜ਼ੂਰ ਸਾਖੀ ਸੁਣਾ ਕੇ। ਜਿਵੇਂ ਜਿਵੇਂ ਅੱਗੇ ਖਾਲਸਾ ਜੀ ਆ ਰਹੀ ਹੈ ਕਥਾ ਆਪਾਂ ਸੁਣੀਏ ਜੀ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਈ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਚਰਨ ਸਮੈ ਪੁਨਿਓ ਸ਼੍ਰੀ ਨਾਨਕ। ਫਿਰ ਬਾਬਾ ਬੁੱਢਾ ਸਾਹਿਬ ਜੀ ਸੁਣਾਉਂਦੇ ਆ ਇਹ ਧੰਨ ਗੁਰੂ ਅਰਜਨ ਦੇਵ ਜੀ। ਅੱਗੇ ਸੁਣੋ ਹੋਰ ਸਾਖੀ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਤਥਾ ਗੁਰੂ ਅੰਗਦ ਦੇਵ ਜੀ ਮਹਾਰਾਜ ਵਿਛੋੜਾ ਪੈਣ ਲੱਗਾ ਤੇ ਗੁਰੂ ਅੰਗਦ ਦੇਵ ਜੀ ਇੱਥੇ ਹੁਣ ਆ ਗਏ ਨਾ ਖਡੂਰ ਸਾਹਿਬ, ਇੱਥੇ ਬਹਿ ਕੇ ਯਾਦ ਕਰ ਰਹੇ ਆ ਵੀ ਜਦੋਂ ਮਹਾਰਾਜ ਦਾ ਸਾਡੇ ਨਾਲ ਵਿਛੋੜਾ ਪਿਆ ਸੀ। ਇਤ ਤੁਮ ਆਏ ਨਾ ਜਾਹੋ ਅਚਾਨਕ। ਤੇ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਸੀ ਵੀ ਤੁਸੀਂ ਇੱਥੇ ਅਚਾਨਕ ਨਹੀਂ ਆਉਣਾ, ਭਾਵ ਤੁਸੀਂ ਕਰਤਾਰਪੁਰ ਨਾ ਕਦੇ ਆਇਆ ਜੇ। ਬਸਹਾ ਖਡੂਰ ਤਹਾਂ ਹਮ ਆਵੈਂ। ਤੁਸੀਂ ਖਡੂਰ ਵਿੱਚ ਹੀ ਵਾਸਾ ਰੱਖਣਾ, ਅਸੀਂ ਆਪੇ ਖਡੂਰ ਸਾਹਿਬ ਚੱਲ ਕੇ ਆਵਾਂਗੇ। ਮਿਲਹਿ ਤੋਹੇ ਜਬ ਉਰ ਮਹਿ ਭਾਵੈਂ। ਜਦੋਂ ਤੁਹਾਡੇ ਮਨ ਨੂੰ ਸਾਡੇ ਦਰਸ਼ਨਾਂ ਦੀ ਖਿੱਚ ਹੋਵੇਗੀ ਅਸੀਂ ਆਪੇ ਆਣ ਕੇ ਮਿਲਾਂਗੇ। ਕੇਤਿਕ ਦਿਵਸ ਬਤੀਤੇ ਜਬ ਹੂੰ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਹੀ ਰਹੇ। ਮਹਾਰਾਜ ਦੇ ਬਚਨਾਂ ਨੂੰ ਚੇਤੇ ਕਰਦੇ ਆ ਵੀ ਆਪ ਆ ਕੇ ਮਿਲਣਗੇ। ਕੁਝ ਕੁ ਦਿਨ ਜਦੋਂ ਲੰਘੇ ਹਨ ਦੋਏ ਦਿਸ਼ ਚਿੱਤ ਅਕੁਲਾਨੇ ਤਬ ਹੂੰ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਚਿੱਤ ਵੀ ਕਰਦਾ ਮਹਾਰਾਜ ਦੇ ਦਰਸ਼ਨਾਂ ਨੂੰ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਿਲਣਾ ਚਾਹੁੰਦੇ ਆ। ਦੋ ਪਾਸਿਓਂ ਬੜਾ ਪ੍ਰੇਮ ਜਾਗਿਆ, ਹਿਰਦਿਆਂ ਵਿੱਚ ਦਰਸ਼ਨਾਂ ਦੀ ਖਿੱਚ ਹੋਈ ਹੈ। ਅਭਿਲਾਖਤ ਭੇ ਮਿਲਨ ਜ਼ਰੂਰ। ਵੀ ਜ਼ਰੂਰ ਮਿਲਿਆ ਜਾਵੇ। ਦੋ ਤਰਫਾਂ ਤੋਂ ਬੜੀ ਖਿੱਚ ਹੋ ਰਹੀ, ਇੱਛਾ ਹੋ ਰਹੀ ਹੈ। ਸ਼੍ਰੀ ਨਾਨਕ ਜੀ ਆਏ ਖਡੂਰ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਗੁਰੂ ਅੰਗਦ ਦੇਵ ਮਹਾਰਾਜ ਨੂੰ ਦਰਸ਼ਨ ਦੇਣ ਵਾਸਤੇ ਖਡੂਰ ਸਾਹਿਬ ਪਹੁੰਚੇ ਐ। ਸ਼੍ਰੀ ਅੰਗਦ ਲਖ ਗੁਰ ਆਗਮਨੂ। ਤੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਘਰ ਵਿੱਚ ਬੈਠੇ ਹੋਏ ਜਾਣ ਗਏ ਵੀ ਗੁਰੂ ਨਾਨਕ ਪਾਤਸ਼ਾਹ ਜੀ ਇੱਧਰ ਆ ਰਹੇ ਐ। ਗਵਨੇ ਲੈਨ ਅਗਾਰੀ ਭਵਨੂ। ਤੇ ਆਪਣੇ ਘਰ ਤੋਂ ਬਾਹਰ ਨਗਰ ਦੇ ਬਾਰ-ਬਾਰ ਲੈਣ ਵਾਸਤੇ ਅੱਗੋਂ ਦੀ ਸਤਿਕਾਰ ਕਰਨ ਨੂੰ ਗਏ ਹਨ। ਰਵ ਗੁਰ ਪੇਖ ਕੀਆ ਚਖ ਅਰਬਿੰਦ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੁਰੂ ਰੂਪ ਸੂਰਜ ਰੂਪੀ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਦੇ ਦਰਸ਼ਨਾਂ ਵਾਸਤੇ ਨੇਤਰਾਂ ਨੂੰ ਕਵਲ ਵਰਗੇ ਬਣਾ ਲਿਆ ਹੈ। ਤਗ ਪੰਕਜ ਮਨ ਬਨਿਓ ਮਲਿੰਦ। ਐਂ ਮਾਨੋ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਜਿਹੜੇ ਉਹ ਫੁੱਲ ਹੋਣ ਤੇ ਭਾਈ ਲਹਿਣਾ ਜੀ ਤਥਾ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਮਨ ਉਹ ਭੌਰਾ ਬਣਿਆ ਹੋਵੇ। ਭਰ ਕੌਰੀ ਪ੍ਰਭ ਭਏ ਅਸੀਨ। ਰਜ ਰਜ ਕੇ ਮਹਾਰਾਜ ਦੇ ਦਰਸ਼ਨ ਕੀਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗਲਵਕੜੀ ਵਿੱਚ ਸਤਿਗੁਰਾਂ ਨੂੰ ਲੈ ਲਿਆ ਹੈ। ਵਹਿਰ ਗ੍ਰਾਮ ਤੇ ਥਲ ਸਭ ਚੀਨ। ਤੇ ਬਾਹਰ ਨਗਰ ਦੇ ਖਡੂਰ ਸਾਹਿਬ ਤੋਂ ਸੋਹਣਾ ਜਿਹਾ ਇਕਾਂਤ ਜਗ੍ਹਾ ਸੁਥਰੀ ਜਗ੍ਹਾ ਵੇਖ ਕਰਕੇ ਸੁਨਖੀ ਵੀ ਦਰਸ਼ਨ ਕੋ ਆਈ। ਤੇ ਸੋਹਣੀ ਜਗ੍ਹਾ ਵੇਖ ਕੇ ਨਗਰ ਦੇ ਬਾਰ-ਬਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਲੈ ਕਰਕੇ ਨਾ ਗਲਵਕੜੀ ਵਿੱਚ ਤੇ ਉੱਥੇ ਬੈਠ ਗਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਧਰ ਮਾਤਾ ਖੀਵੀ ਜੀ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਹੈ। ਇਹ ਵੀ ਖਡੂਰ ਸਾਹਿਬ ਤੋਂ ਚੱਲ ਕੇ ਆਏ ਹਨ। ਸ਼੍ਰੀ ਗੁਰ ਦੇਖੇ ਗਰੀਬ ਨਿਵਾਈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਸੀਸ ਝੁਕਾਇਆ ਹੈ। ਕਹਿਓ ਗੁਰੂ ਪੁਰਖਾ ਤੂੰ ਧੰਨ। ਇਧਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਪੁਰਖਾ ਭਾਵ ਗੁਰੂ ਅੰਗਦ ਤੁਸੀਂ ਤਾਂ ਬੜੇ ਧਨਤਾ ਯੋਗ ਹੋ ਆਪ ਧੰਨ ਹੋ। ਸਦਾ ਬਸੀ ਮੁਝ ਕਰਿਓ ਪ੍ਰਸੰਨ। ਵੀ ਤੁਸੀਂ ਪ੍ਰੇਮ ਹੀ ਇੰਨਾ ਕੀਤਾ ਸਾਡੀ ਪ੍ਰਸੰਨਤਾ ਲਈ ਸਦਾ ਵਾਸਤੇ ਸਾਨੂੰ ਆਪਦੇ ਵਸ ਕਰ ਲਿਆ ਹੈ। ਤੁਮ ਸਮ ਜਗ ਮਹਿ ਅਪਰ ਨ ਕੋਈ। ਵੀ ਸਿੱਖ ਬਹੁਤ ਹੈ ਸਾਡੇ ਸੰਸਾਰ ਤੇ ਪਰ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਮੋਹ ਮਨ ਮੈਂ ਪ੍ਰਿਯ ਔਰ ਨ ਹੋਈ। ਵੀ ਸਾਡੇ ਮਨ ਵਿੱਚ ਤੁਹਾਡੇ ਤੋਂ ਵੱਧ ਕੋਈ ਹੋਰ ਪਿਆਰਾ ਨਹੀਂ ਹੋ ਸਕਦਾ। ਨਾ ਸ਼੍ਰੀ ਚੰਦ ਨਾ ਲਖਮੀ ਚੰਦ ਤੇ ਨਾ ਕੋਈ ਹੋਰ ਤੁਹਾਡੇ ਵਰਗਾ ਪਿਆਰਾ ਹੋਰ ਮਨ ਵਿੱਚ ਕੋਈ ਨਹੀਂ ਹੈ। ਸਰਬ ਪ੍ਰਕਾਰ ਧੀਰ ਕਹਿ ਦਿਓ। ਤੇ ਇਧਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਵਿਛੋੜਾ ਸਹਿ ਨਹੀਂ ਨਾ ਸਕਦੇ ਨੇਤਰਾਂ ਚੋਂ ਜਲ ਡਿੱਗਦਾ। ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਨੇ ਸਭ ਤਰ੍ਹਾਂ ਦੇ ਨਾਲ ਧੀਰਜ ਦਿੱਤਾ ਹੈ। ਮਿਲ ਬੋਲਣ ਭਾ ਸੀਤਲ ਹਿਓ। ਆਪਸ ਵਿੱਚ ਮਿਲੇ ਐ ਗੱਲਾਂ ਬਾਤਾਂ ਹੋਈਆਂ ਤੇ ਇਧਰ ਗੁਰੂ ਅੰਗਦ ਦੇਵ ਮਹਾਰਾਜ ਦਾ ਹਿਰਦਾ ਠੰਡਾ ਹੋਇਆ ਹੈ। ਅਤ ਆਨੰਦ ਕੋ ਪਾਏ ਰਹੇ ਹੈ। ਤੇ ਦੋਵੇਂ ਤਰਫਾਂ ਹੀ ਬਹੁਤੇ ਆਨੰਦ ਨੂੰ ਪ੍ਰਾਪਤ ਹੋ ਰਹੀਆਂ ਹਨ। ਪਰਮ ਪ੍ਰੇਮ ਕੇ ਬਾਕ ਕਹੇ ਹੈ। ਤੇ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਭਾਈ ਲਹਿਣਾ ਜੀ ਜਾਂ ਗੁਰੂ ਅੰਗਦ ਦੇਵ ਮਹਾਰਾਜ ਕਹੀਏ ਤੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪ੍ਰੇਮ ਦੇ ਦੋ ਪਰ ਤਰਫਾਂ ਤੋਂ ਬਚਨ ਕੀਤੇ ਐ। ਪੁਰ ਕਰਤਾਰ ਗੁਰੂ ਪੁਨ ਚੱਲੇ। ਇਸ ਤਰ੍ਹਾਂ ਪ੍ਰੇਮ ਦੇ ਬਚਨ ਕਹਿ ਕੇ ਖਡੂਰ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਕਰਤਾਰਪੁਰ ਸਾਹਿਬ ਮੁੜ ਚੱਲੇ ਐ। ਸਨਮੁਖ ਸ਼੍ਰੀ ਅੰਗਦ ਜੀ ਖਲੇ। ਤੇ ਸਤਿਗੁਰਾਂ ਦੇ ਸਾਹਮਣੇ ਹੋ ਧੰਨ ਗੁਰੂ ਅੰਗਦ ਦੇਵ ਜੀ ਖੜੇ ਹੋਏ ਐ। ਜੁਗ ਮੂਰਤ ਇੱਕ ਜੋਤ ਪ੍ਰਕਾਸ਼ੇ। ਬਾਬਾ ਜੀ ਕਹਿੰਦੇ ਆ ਇਹ ਗੁਰੂ ਅਰਜਨ ਦੇਵ ਮਹਾਰਾਜ ਮੂਰਤਾਂ ਸਰੀਰ ਜ਼ਰੂਰ ਦੋ ਹੈ ਪਰ ਜੋਤ ਵਿੱਚ ਦੋਵਾਂ ਦੇ ਇੱਕੋ ਪਰਮੇਸ਼ਰੀ ਹੈ। ਹੋਤ ਆਨੰਦ ਬਿਲੰਦ ਹੁਲਾਸੇ। ਬੜਾ ਆਨੰਦ ਹੋ ਰਿਹਾ ਦੋ ਤਰਫਾਂ ਤੋਂ ਖੁੱਲਾ ਹੁਲਾਸਾ ਉਤਸ਼ਾਹ ਹੋ ਰਿਹਾ ਹੈ। ਕਹੈ ਸ਼੍ਰੀ ਅੰਗਦ ਸੁਣੀਐ ਨਾਥ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਹੈ ਸੁਆਮੀ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਣਨਾ ਕਰੋ ਜੀ। ਰਾਖਾ ਨਿਕਟ ਚੱਲੋ ਮੈਂ ਸਾਥ। ਵੀ ਮਹਾਰਾਜ ਇਕੱਲਿਆਂ ਰਹਿ ਕੇ ਕਰਨਾ ਵੀ ਕੀ ਹੈ ਤੁਸੀਂ ਮਹਾਰਾਜ ਆਪਦੇ ਨਾਲ ਰੱਖ ਲਓ। ਅਸੀਂ ਤੁਹਾਡੇ ਨਾਲ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਾਂ। ਸਹਿਓ ਨ ਜਾਵੇ ਬਿਰਹਾ ਤੁਮਾਰੋ। ਮਹਾਰਾਜ ਤੁਹਾਡਾ ਜਿਹੜਾ ਬਿਰਹਾ ਕਹੀਏ ਵਿਛੋੜਾ ਹੈ ਨਾ ਉਹ ਜਰਿਆ ਨਹੀਂ ਜਾਂਦਾ ਸੱਚੇ ਪਾਤਸ਼ਾਹ ਜੀਓ। ਦਰਸ਼ਨ ਪਰਸਤ ਰਹੋ ਸੁਖਾਰੋ। ਵੀ ਜੇ ਅਸੀਂ ਕਰਤਾਰਪੁਰ ਸਾਹਿਬ ਨਾਲ ਚੱਲ ਜਾਈਏ ਤੇ ਚੰਗਾ ਹੋਵੇਗਾ ਉੱਥੇ ਤੁਹਾਡੇ ਦਰਸ਼ਨ ਕਰਾਂਗੇ
ਦਰਸ਼ਨ ਪਰਸਦੇ ਰਵਾਂਗੇ, ਸੇਵਾ ਕਰਾਂਗੇ ਤੇ ਥੋੜੇ ਸੌਖੇ ਰਹਾਂਗੇ। ਕਹਿਓ ਗੁਰੂ ਤੁਮ ਮਮ ਮਨ ਤੇ ਮਾਹੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਸ਼੍ਰੀ ਅੰਗਦ ਦੇਵ, ਤੁਸੀਂ ਤਾਂ ਸਾਡੇ ਸਦਾ ਹੀ ਲਾਗੇ ਹੋ, ਸਾਡੇ ਮਨ ਵਿੱਚ ਰਹਿੰਦੇ ਹੋ। ਭੇਦ ਭਾਵ ਕੁਛ ਲਖੀਐ ਵੀ ਨਾਹੀ। ਤੁਹਾਡੇ ਤੇ ਸਾਡੇ ਵਿੱਚ ਕੋਈ ਭੇਦ ਨਾ ਜਾਣਨਾ ਕਰੋ। ਗਮਨ ਕਰਤਾਰ ਪੁਰੇ ਮਮ ਜਾਨ। ਤੇ ਅਸੀਂ ਨਾ ਕਰਤਾਰਪੁਰ ਸਾਹਿਬ ਤੋਂ ਹੀ ਸੱਚਖੰਡ ਗਮਨ ਕਰਨਾ ਹੈ, ਇਹ ਤੁਸੀਂ ਆਪਦੇ ਹਿਰਦੇ ਵਿੱਚ ਜਾਣ ਲਓ। ਤੁਮ ਨਿਸ਼ ਚੱਲ ਬੈਠਾ ਇਸ ਥਾਨ। ਤੇ ਤੁਸੀਂ ਨਿਹਚਲ ਹੋ ਕਰਕੇ ਨਾ ਥਿਰ ਹੋ ਕਰਕੇ ਇਸ ਸਥਾਨ ਤੇ ਬੈਠੇ ਰਹੋ। ਹਿਮ ਕਹੈ ਬਾਬਾ ਜੀ ਚੱਲ ਗਏ। ਇਸ ਤਰ੍ਹਾਂ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਚਲੇ ਗਏ ਐ। ਸ਼੍ਰੀ ਅੰਗਦ ਤਹ ਬੈਠਤ ਤੇ ਪਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੇ ਹੀ ਬੈਠੇ ਰਹੇ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਤਾਂ ਇਹ ਸੀ ਵੀ ਤੁਸੀਂ ਖਡੂਰ ਸਾਹਿਬ 'ਚ ਹੀ ਰਹੋ, ਉਧਰ ਨਾ ਆਇਆ ਜੇ ਕਰਤਾਰਪੁਰ ਸਾਹਿਬ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਹੁਕਮ ਮੰਨ ਲਿਆ ਵੀ ਮਹਾਰਾਜ ਕਹਿ ਗਏ ਇੱਥੇ ਹੀ ਬੈਠੇ ਰਹੋ। ਜਿੱਥੇ ਮਹਾਰਾਜ ਮਿਲੇ ਆ ਨਾ, ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਉਸੇ ਸਥਾਨ ਤੇ ਹੀ ਬੈਠ ਗਏ, ਚੌਂਕੜਾ ਲਾ ਕਰਕੇ। ਦ੍ਰਿੜ ਆਸਣ ਕਰ ਆਸਣ ਆਨ। ਪੱਕਾ ਟਿਕਾਣਾ ਬਣਾ ਕਰਕੇ ਉੱਥੇ ਚੌਂਕੜਾ ਲਾ ਕੇ ਪੱਕਾ ਆਸਣ ਲਾ ਲਿਆ ਹੈ। ਬੀਤੇ ਕਿਤਕ ਦਇਓਸ ਤਿਸ ਥਾਨ। ਤੇ ਗੁਰੂ ਅੰਗਦ ਦੇ ਮਰਨ ਨੂੰ ਇੱਥੇ ਬਾਹਰ ਖਡੂਰ ਸਾਹਿਬ ਤੋਂ ਬੈਠਿਆਂ ਹੋਇਆਂ ਕਈ ਦਿਨ ਬਤੀਤ ਹੋ ਗਏ ਐ। ਮੁੰਦੇ ਬਿਲੋਚਨ ਸੁਧ ਨਾ ਸਰੀਰ। ਤੇ ਮਹਾਰਾਜ ਸਮਾਧੀ ਚ ਲੀਨ ਹੈ, ਨੇਤਰ ਬੰਦ ਹੈ, ਸਰੀਰ ਦੀ ਕੋਈ ਖਬਰਸਾਰ ਨਹੀਂ ਹੈ। ਤ੍ਰਿਣ ਜਾਮੇ ਚਾਹ ਗਿਰਦੇ ਤੀਰ। ਤੇ ਕਵੀ ਜੀ ਕਹਿੰਦੇ ਜਾਂ ਬਾਬਾ ਬੁੱਢਾ ਸਾਹਿਬ ਜੀ ਸੁਣਾਉਂਦੇ ਕਹਿੰਦੇ ਆ ਵੀ ਇੰਨਾ ਸਮਾਂ ਲੰਘ ਗਿਆ, 4 ਚਫੇਰੇ ਕੱਖ ਕਾਨੇ ਉਗਣੇ ਸ਼ੁਰੂ ਹੋ ਗਏ ਐ। ਕੱਖ ਕਾਨੇ ਘਾਹ ਉਗ ਪਿਆ ਹੈ ਚਫੇਰੇ। ਕਿਤਕ ਅੰਗ ਛਾਦਨ ਹੋਏ ਗਏ। ਤੇ ਕਿੰਨੇ ਕੁ ਅੰਗ ਜਿਹੜੇ ਸਰੀਰ ਦੇ ਜਿਵੇਂ ਮੋਢਿਆਂ ਮੋਢਿਆਂ ਤੱਕ ਨਾ ਸਾਰਾ ਹੀ ਸਰੀਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਇੱਥੇ ਬੈਠਿਆਂ ਹੋਇਆਂ ਘਾਹ ਦੇ ਵਿੱਚ ਲੁਕ ਗਿਆ ਹੈ। ਨਰਤ ਹੈ ਆਵਤ ਦੇਖਤ ਭਏ। ਤੇ ਕਈ ਮਨੁੱਖ ਜਿਹੜੇ ਆ ਖਡੂਰ ਸਾਹਿਬ ਦੇ ਜਾਂ ਰਾਹਗੀਰ ਲੰਘਦੇ ਇੱਥੋਂ ਵੇਖਦੇ ਹਨ। ਆਪੇ ਕਹਿਓ ਆਪ ਹੀ ਮੰਨੈ। ਵੀ ਸਿਆਣੇ ਸਿੱਖੋ ਕਹਿੰਦੇ ਵੇਖੋ ਇਹਨਾਂ ਦੀ ਵੀ ਲੀਲਾ ਪਰੰਪਾਰ ਹੈ ਨਾ, ਵੀ ਇੱਕੋ ਤਾਂ ਰੂਪ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਹੈ। ਆਪ ਹੀ ਕਹਿ ਲਿਆ ਵੀ ਇੱਥੇ ਬੈਠੇ ਰਹੋ ਤੇ ਗੁਰੂ ਨਾਨਕ ਰੂਪ ਹੋ ਕੇ, ਤੇ ਆਪ ਹੀ ਗੁਰੂ ਅੰਗਦ ਰੂਪ ਹੋ ਕਰਕੇ ਮੰਨ ਰਹੇ ਇੱਥੇ ਬੈਠੇ ਹੋਏ ਹਨ। ਲੀਲਾ ਗੁਪਤ ਨ ਕੋ ਜਾਣੈ। ਵੀ ਇਹਨਾਂ ਦੀ ਲੀਲਾ ਬੜੀ ਗੁਪਤ ਹੈ, ਗੋਝ ਹੈ, ਕੋਈ ਹੋਰ ਜਾਣਦਾ ਨਹੀਂ ਹੈ। ਸ਼੍ਰੀ ਨਾਨਕ ਜੀ ਸਭ ਵਿਦ ਜਾਨੀ। ਤੇ ਇਧਰ ਕਰਤਾਰਪੁਰ ਸਾਹਿਬ ਰਹਿੰਦਿਆਂ ਹੋਇਆਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਨੇ ਸਭ ਗੱਲਬਾਤ ਜਾਣ ਲਈ ਵੀ ਉਹ ਸਾਡੇ ਪਰਮ ਪਿਆਰੇ ਪੂਜਨੀਕ ਲਹਿਣਾ ਜੀ ਉੱਥੇ ਹੀ ਬੈਠੇ ਹੋਏ ਜਿਵੇਂ ਕਹਿ ਕੇ ਗਏ ਸਾਂ। ਆਸਣ ਲਾਏ ਸਮਾਧੀ ਠਾਨੀ। ਵੀ ਗੁਰੂ ਅੰਗਦ ਦੇਵ ਜੀ ਤਾਂ ਸਮਾਧੀ ਲਾ ਕੇ ਉੱਥੇ ਹੀ ਆਸਣ ਠਾਣ ਕੇ ਬੈਠੇ ਹੋਏ ਐ। ਤਪ ਵੱਡ ਕੀਨ ਖੇਦ ਕੋ ਪਾਏ। ਵੀ ਬੜਾ ਤਪ ਕਰੀ ਜਾਂਦੇ ਆ, ਉੱਥੇ ਦੁੱਖ ਪ੍ਰਾਪਤ ਹੋ ਰਹੇ ਆ, ਸਰੀਰ ਦੀ ਸੁੱਧ ਨਹੀਂ, ਘਾਹ ਫੂਸ ਉਗ ਰਿਹਾ ਹੈ। ਅੰਤਰ ਜਾਮੀ ਤਤ ਛਿਨ ਆਏ। ਤੇ ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਤ ਛਿਣੀ ਕਰਤਾਰਪੁਰ ਸਾਹਿਬ ਤੋਂ ਫੇਰ ਇੱਥੇ ਪਹੁੰਚੇ ਖਡੂਰ ਸਾਹਿਬ। ਕਕਰ ਜਗਾਇਓ ਦਿਖ ਕੀ ਨਮੋ। ਤੇ ਸਤਿਗੁਰਾਂ ਦਾ ਇਹ ਸਮਾਧੀ ਖੋਲੀ ਆ, ਉਥਾਨ ਕੀਤਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ। ਤੇ ਇਸ ਤਰ੍ਹਾਂ ਜਿਹੜਾ ਵੈ ਪਕਰ ਹਿਲਾ ਕੇ ਜਗਾਇਆ ਤੇ ਨਮਸਕਾਰ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਕੀਤੀ ਜਾਗ ਕਰਕੇ। ਵਸਤਰ ਮੰਗਾਏ ਪ੍ਰਭ ਤੇ ਸਮੋ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਦੇ ਘਰੋਂ ਬਸਤਰ, ਕਿਉਂਕਿ ਬਸਤਰ ਵੀ ਪਾਟ ਗਏ ਸੀ, ਇੰਨਾ ਸਮਾਂ ਬੈਠੇ ਰਹੇ ਕੱਖ ਕਾਨਿਆਂ ਵਿੱਚ, ਤੇ ਬਸਤਰ ਮੰਗਵਾਏ ਆ ਖਡੂਰ ਸਾਹਿਬ ਘਰ ਵਿੱਚੋਂ ਗੁਰੂ ਨਾਨਕ ਸਾਹਿਬ ਜੀਆਂ। ਸਭ ਪੁਸ਼ਾਕ ਸੁੰਦਰ ਪਹਿਰਾਈ। ਤੇ ਬੜੀ ਸੋਹਣੀ ਪੁਸ਼ਾਕਾ ਨਾ, ਜਿਹੜਾ ਰਾਜਿਆਂ ਵਾਲਾ ਮਹਾਰਾਜਿਆਂ ਵਾਲਾ ਸੁੰਦਰ ਪੁਸ਼ਾਕਾ ਚੋਲਾ ਸ਼੍ਰੀ ਅੰਗਦ ਦੇਵ ਜੀ ਨੂੰ ਪਹਿਨਾਇਆ ਸਤਿਗੁਰਾਂ ਨੇ। ਲੈ ਕਰ ਗਏ ਗ੍ਰਾਮ ਗੋਸਾਈ। ਤੇ ਐ ਉਂਗਲ ਵਕੜੀ ਪਾ ਕੇ ਤੇ ਖਡੂਰ ਸਾਹਿਬ ਨੂੰ ਲੈ ਕੇ ਗਏ ਹਨ। ਜਹ ਤਪ ਸ਼੍ਰੀ ਅੰਗਦ ਜੀ ਕਰਿਓ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਜਿੱਥੇ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੜਾ ਸਮਾਂ ਬੈਠੇ ਰਹੇ ਆ,
ਤਪ ਕੀਤਾ ਹੈ। ਤਪਿਆਨਾ ਤਹ ਨਾਮ ਸੁਧਰਿਓ। ਉਸ ਪਾਵਨ ਸਥਾਨ ਦਾ ਨਾਮ ਤਪਿਆਣਾ ਸਾਹਿਬ ਹੈ। ਉਹ ਸਤ ਸੰਗਤ ਜੀ ਖਡੂਰ ਸਾਹਿਬ ਜਾਈਏ ਨਾ, ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਹੈ, ਮੁੱਖ ਸਥਾਨ ਜਿੱਥੇ ਖਡੂਰ ਸਾਹਿਬ ਦਾ, ਤੋ ਉਥੋਂ ਲੰਗਰ ਸਾਹਿਬ ਹੈ ਵੱਡਾ ਮਾਤਾ ਖੀਵੀ ਜੀ ਦੇ ਨਾਂ ਤੇ ਇੱਥੇ, ਤੇ ਉੱਥੇ ਮੱਲ ਅਖਾੜਾ ਵੀ ਦਰਬਾਰ ਹੈ, ਪਾਵਨ ਸਥਾਨ ਮਹਾਰਾਜ ਦਾ ਘਰ ਵੀ ਹੈ। ਤੇ ਉੱਥੇ ਸਾਧ ਸੰਗਤ ਜੀ ਸਿੱਧਾ ਵੱਡਾ ਰੋਡ ਅੱਗੇ ਹੀ ਜਾਂਦਾ ਹੈ ਨਗਰ ਦੇ, ਹੁਣ ਤਾਂ ਵਿੱਚ ਹੀ ਆਇਆ ਪਿਆ ਖਡੂਰ ਸਾਹਿਬ ਵੱਡਾ ਹੋਇਆ ਸਥਾਨ ਸ਼ਹਿਰ ਜਿਹੜਾ। ਇਹਦੇ ਬਾਰ-ਬਾਰ ਤਪਿਆਣਾ ਸਾਹਿਬ ਸਥਾਨ ਹੈ, ਪਿੱਛੇ ਜੇ ਕੀਤੇ ਦਰਸ਼ਨ ਉਸ ਸਥਾਨ ਦੇ ਵੀ। ਉਹ ਸਥਾਨ ਉਹ ਹੈ ਜਿੱਥੇ ਉਦੋਂ ਨਗਰ ਹੈ ਨਹੀਂ ਸੀ ਇਸ ਪਾਸੇ, ਬਾਰ-ਬਾਰ ਸੱਚੇ ਪਾਤਸ਼ਾਹ ਜੀ ਬੈਠੇ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਆਏ। ਇਹ ਉਹ ਸਥਾਨ ਹੈ ਕਵੀ ਜੀ ਕਹਿੰਦੇ ਜਿਹਨੂੰ ਹੁਣ ਤਪਿਆਣਾ ਸਾਹਿਬ ਕਹਿੰਦੇ ਆ। ਕਹਿਓ ਬਾਕ ਤੁਮ ਕਿਉਂ ਤਪ ਧਾਰਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਿਆ ਗੁਰੂ ਅੰਗਦ ਦੇਵ ਜੀ ਨੂੰ ਵੀ ਤੁਸੀਂ ਕਿਉਂ ਇੰਨਾ ਭਾਰੀ ਤਪੱਸਿਆ ਤਪ ਕਰ ਰਹੇ ਹੋ। ਬੈਠਣ ਸਹਿਜ ਸੁਭਾਵ ਉਚਾਰਾ। ਵੀ ਅਸੀਂ ਤਾਂ ਸੁਤੇ ਸਿੱਧ ਬਹਿਣ ਨੂੰ ਸਾਡਾ ਭਾਵੇ ਸੀ, ਵੀ ਤੁਸੀਂ ਕਰਤਾਰਪੁਰ ਨਾ ਆਇਆ ਜੇ, ਅਸੀਂ ਉੱਥੋਂ ਸੱਚਖੰਡ ਚਲੇ ਜਾਣਾ, ਸੁਣ ਕੇ ਉੱਥੇ ਨਾ ਆਇਆ ਜੇ, ਵੀ ਇੱਥੇ ਹੀ ਬੈਠੇ ਰਹੋ। ਸਾਡਾ ਭਾਵ ਸੀ ਵੀ ਖਡੂਰ ਸਾਹਿਬ ਵਿੱਚ ਹੀ ਰਹਿਣਾ ਕਰੋ ਤੁਸੀਂ। ਵਹਿਰ ਬੈਠ ਤੁਮ ਦਿਵਸ ਬਿਤਾਏ। ਪਰ ਤੁਸੀਂ ਤਾਂ ਉੱਥੇ ਹੀ ਬਹਿ ਗਏ ਬਚਨ ਮੰਨ ਕੇ, ਤੇ ਕਿੰਨੇ ਮਹੀਨੇ ਲੰਘਾ ਦਿੱਤੇ, ਦਿਨ ਲੰਘਾ ਦਿੱਤੇ ਐ। ਦੇਖ ਦਸ਼ਾ ਹਮ ਆਨ ਜਗਾਏ। ਤੇ ਤੁਹਾਡੀ ਹਾਲਤ ਦੇਖ ਕੇ ਅਸੀਂ ਆਪ ਜਗਾਇਆ। ਸਾਨੂੰ ਪਤਾ ਵੀ ਪ੍ਰਾਣ ਚਲੇ ਜਾਣਗੇ ਪਰ ਇੱਥੋਂ ਉੱਠਣਗੇ ਨਹੀਂ ਸਾਡਾ ਹੁਕਮ ਮੰਨ ਕਰਕੇ। ਤੋ ਦੁਖ ਤੇ ਹਮ ਨੇ ਦੁਖ ਪਾ ਲਹਿਓ। ਹੇ ਗੁਰੂ ਅੰਗਦ ਜੀ, ਸ਼੍ਰੀ ਅੰਗਦ ਜੀ, ਤੁਸੀਂ ਤੇ ਅਸੀਂ ਇੱਕੋ ਰੂਪ ਹਾਂ। ਜਦੋਂ ਤੁਹਾਨੂੰ ਕੋਈ ਕਸ਼ਟ ਹੁੰਦਾ ਤੇ ਸਾਨੂੰ ਵੀ ਕਸ਼ਟ ਹੁੰਦਾ ਹੈ। ਏਕ ਭਇਓ ਕਛ ਭੇਦ ਨ ਰਹਿਓ। ਵੀ ਹੁਣ ਅਸੀਂ ਇੱਕ ਹੋ ਚੁੱਕੇ ਹਾਂ, ਤੁਹਾਡੇ ਸਾਡੇ ਵਿੱਚ ਕੋਈ ਭੇਦ ਨਹੀਂ ਹੈ। ਮੈਂ ਤੁਮਰੇ ਹਿਤ ਤਪਿਓ ਵਿਸਾਲਾ। ਬਾਕੀ ਤੁਹਾਨੂੰ ਤਾਪ ਕਰਨ ਦੀ ਕੋਈ ਲੋੜ ਨਹੀਂ। ਹੁਣ ਅਸੀਂ ਪਹਿਲਾਂ ਹੀ ਤੁਹਾਡੇ ਵਾਸਤੇ ਬੜਾ ਤਪ ਕਰ ਚੁੱਕੇ ਹਾਂ, ਵੀ ਇਹ ਗੁਰਿਆਈ ਵਿੱਚ ਇੰਨਾ ਬਲ ਹੋਵੇਗਾ। ਅਸੀਂ ਰੋੜਾਂ ਦੀ ਵਿਛਾਈ ਕਰ ਕਰਕੇ ਬੜਾ ਤਪ ਕੀਤਾ ਹੋਇਆ, ਤੁਹਾਨੂੰ ਹੁਣ ਤਪ ਕਰਨ ਦੀ ਕੋਈ ਲੋੜ ਨਹੀਂ ਪਵੇਗੀ। ਨਿਜਾਨੰਦ ਮੈਂ ਰਹੋ ਸੁਖਾਲਾ। ਵੀ ਤੁਸੀਂ ਤਾਂ ਨਿਜਾਤਮੇ ਆਨੰਦ ਵਿੱਚ ਹੀ ਸਦਾ ਸੁਖਾਲੇ ਆਨੰਦ ਮਾਣਿਆ ਕਰੋ, ਤੁਹਾਨੂੰ ਕੋਈ ਲੋੜ ਨਹੀਂ ਪਵੇਗੀ। ਹੁਣ ਤਾਂ ਸੰਸਾਰ ਦੀ ਕਲਿਆਣ ਕਰੋ ਤੁਸੀਂ ਉਪਦੇਸ਼ ਦੇ ਦੇ ਕੇ, ਤੁਹਾਨੂੰ ਕੋਈ ਲੋੜ ਨਹੀਂ ਪਵੇਗੀ ਤਪ ਕਰਨ ਦੀ। ਅਸੀਂ ਪਹਿਲਾਂ ਬਹੁਤ ਤਪ ਸਾਧ ਚੁੱਕੇ ਹਾਂ। ਮੈਂ ਆਪਣੋ ਬੜ ਦੀਨ ਸਿੰਘਾਸਨ। ਤੇ ਆਸਾਂ ਨੇ ਗੁਰਤਾ ਗੁਰਿਆਈ ਦਾ ਸਿੰਘਾਸਨ ਵੱਡਾ ਤੁਹਾਨੂੰ ਬਖਸ਼ਿਆ ਹੈ। ਬੈਠਾ ਬਹ ਆਨੰਦ ਲੈ ਆਸਨ। ਇਹ ਗੁਰਤਾ ਸਿੰਘਾਸਨ ਤੇ ਬਹਿ ਕੇ ਤੇ ਆਨੰਦ ਮਾਣੋ ਤੁਸੀਂ ਸੱਜ ਕਰਕੇ। ਮਿਰਜ਼ਾਦਾ ਸੋ ਪੰਥ ਕੀ ਕਰੋ। ਤੇ ਜਿਹੜੀ ਸਾਡੇ ਦਰ ਘਰ ਦੀ ਸਿੱਖ ਪੰਥ ਦੀ ਮਰਿਆਦਾ ਅਸੀਂ ਆਰੰਭ ਕੀਤੀ ਹੈ, ਤੋ ਸੰਗਤ ਕਰਨੀ, ਪੰਗਤ ਕਰਨੀ, ਇਸ ਤੋਂ ਬਾਅਦ ਸਿੱਖਾਂ ਨੂੰ ਉਪਦੇਸ਼ ਦੇਣੇ, ਸ਼ੁਭ ਗੁਣਾਂ ਦਾ ਸਿੱਖਾਂ ਵਿੱਚ ਪ੍ਰਵੇਸ਼ ਕਰਨਾ, ਵਿਕਾਰਾਂ ਦਾ ਨਾਸ਼ ਕਰਨਾ। ਤੋ ਇਹ ਜਿਹੜੀ ਮਰਿਆਦਾ ਨੇ ਇਸ ਦਰ ਘਰ ਦੀ, ਉਹ ਤੁਸੀਂ ਅੱਗੇ ਦੀ ਅੱਗੇ ਫੈਲਾਉਣੀ ਕਰੋ, ਇਹਦਾ ਪ੍ਰਚਾਰ ਕਰੋ ਤੁਸੀਂ। ਸਿੱਖੀ ਰੀਤ ਜਗਤ ਬਿਸਤਰੋ। ਸਿੱਖ ਮਰਿਆਦਾ ਜਿਹੜੀ ਸਿੱਖਾਂ ਦੀ ਰਹੁ ਰੀਤ ਆ ਨਾ, ਰਹਿਣੀ ਬਹਿਣੀ, ਨਾਮ ਜਪਣਾ, ਸਿਮਰਨ ਕਰਨਾ, ਵੰਡ ਛਕਣਾ, ਇਤਿਆਦਿਕ ਉਪਦੇਸ਼, ਇਹ ਸਾਰੇ ਸੰਸਾਰ ਵਿੱਚ ਤੁਸੀਂ ਪ੍ਰਚਾਰਨੇ ਕਰੋ। ਸੁਣ ਕੇ ਹੱਥ ਜੋੜ ਕਹਿ ਸੋਏ। ਸੁਣ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਹੱਥ ਜੋੜੇ ਹਨ। ਇਹੋ ਸਭ ਕਾਰਜ ਤੁਮ ਤੇ ਹੋਏ। ਤੇ ਆਖਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਸਾਰਾ ਕਾਰਜ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਪੰਥ ਦੇ ਪ੍ਰਚਾਰ ਕਰੋ, ਸਿੱਖ ਪੰਥ ਦਾ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਕੌਣ ਕਰਨ ਵਾਲੇ, ਇਹ ਤੁਹਾਥੋਂ ਹੀ ਹੋ ਪਾਵੇਗਾ। ਆਪ ਸਕਲ ਬਿਦ ਹੋ ਸਮਰੱਥ। ਵੀ ਇਹ ਕਾਰਜ ਤਾਂ ਤੁਹਾਨੂੰ ਹੀ ਬਣ ਆਉਂਦਾ ਮਹਾਰਾਜ, ਤੁਸੀਂ ਕਰਵਾਓ ਤੇ ਹੋ ਸਕਦਾ। ਨਿਮਰਤਾ ਹੈ ਨਾ ਗੁਰੂ ਅੰਗਦ ਦੇਵ ਮਹਾਰਾਜ ਦੀ। ਆਪ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਹੋ। ਚਾਹੋ ਸ ਕਰੋ ਤੁਮਾਰੇ ਹੱਥ। ਜੋ ਚਾਹੋ ਮਹਾਰਾਜ ਕਰ ਸਕਦੇ ਹੋ, ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਅੰਕ ਲਗਾਇਓ ਭਏ ਪ੍ਰਸੰਨ। ਤੇ ਇਹ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀਆਂ ਗਲਵੱਕੜੀ ਵਿੱਚ ਭਰਿਆ, ਬੜੇ ਖੁਸ਼ ਹੋਏ ਹਨ। ਭੋ ਅੰਗਦ ਤੁਮ ਕੋ ਧੰਨ ਧੰਨ। ਤੇ ਆਖਿਆ, ਹੇ ਸ਼੍ਰੀ ਅੰਗਦ ਦੇਵ, ਤੁਸੀਂ ਸੱਚਮੁੱਚ ਧਨ ਹੋ, ਧਨਤਾ ਯੋਗ ਹੋ। ਤੁਮ ਮਹਿ ਹੋਏ ਹਮ ਕਾਰਜ ਕਰੈ। ਹਾਂ, ਅਸੀਂ ਤੁਹਾਡੇ ਵਿੱਚ ਵਰਤਾਂਗੇ, ਤੁਹਾਡੇ 'ਚ ਹੀ ਵਰਤ ਕੇ ਸਾਰੇ ਕਾਰਜ ਕਰਾਂਗੇ।
ਜਗ ਉਧਾਰ ਸਿੱਖੀ ਬਿਸਤਰੈ ਤੇ ਸੰਸਾਰ ਦਾ ਉਧਾਰਾ ਕਰਾਂਗੇ, ਸਿੱਖੀ ਦਾ ਪ੍ਰਚਾਰ ਫੈਲਾ ਕਰ ਦੇਵਾਂਗੇ। ਦੋਹਰਾ ਏਮ ਸ਼੍ਰੀ ਨਾਨਕ ਕੀ ਕਥਾ ਤੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਰਖ ਦੀ ਸਾਖੀ ਜੋ ਹੈ, ਬ੍ਰਿਧ ਨੇ ਸਭਿਨ ਸੁਨਾਏ। ਇਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਫਿਰ ਸੁਣਾ ਦਿੱਤੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਹਜ਼ੂਰ ਸਿੱਖਾਂ ਵਿੱਚ ਖੜੇ ਹੋ ਕਰਕੇ ਸਤਿਗੁਰਾਂ ਦੇ ਪਰਖ ਦੀ ਸਾਖੀ ਸੁਣਾਈ ਹੈ। ਸੰਸੈ ਕਰੇ ਨਵਿਰਤ ਔਰ ਤੇ ਜਿਨ੍ਹਾਂ ਦੇ ਮਨ ਵਿੱਚ ਸਿੱਖਾਂ ਦੇ ਸੰਸਾ ਸੀ ਨਾ ਵੀ ਅਸੀਂ ਬੜੀ ਸੇਵਾ ਕਰਨ ਵਾਲੇ ਆ, ਅਸੀਂ ਸਿੱਖੀ ਵਿੱਚ ਸ਼ਾਇਦ ਹੁਣ ਪੂਰੇ ਹੋ ਗਏ ਆ, ਉਹਨਾਂ ਦੇ ਸਾਰਿਆਂ ਦੇ ਸੰਕੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀਆਂ ਨਿਵਰਤ ਕਰ ਦਿੱਤੇ। ਇਹ ਸਾਖੀ ਸੁਣਾ ਕੇ ਸਭ ਦੇ ਹੰਕਾਰ ਤੋੜ ਦਿੱਤੇ ਐ। ਗੁਰ ਮਹਿਮਾ ਅਧਿਕਾਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਬੜੀ ਮਹਿਮਾ ਸੁਣਾਉਣਾ ਕੀਤੀ ਹੈ। ਚੌਪਈ ਸੇਵਕ ਮਾਏ ਜਨਾਵਹਿ ਨਾਹੀ। ਤੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਭਾਈ ਇਸ ਤਰ੍ਹਾਂ ਹੈ, ਗੁਰੂ ਅਰਜਨ ਦੇਵ ਮਹਾਰਾਜ ਜਾਂ ਕਹੋ ਕਹਿੰਦੇ ਸਿੱਖਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਜਦੋਂ ਸਾਖੀ ਸੁਣਾ ਦਿੱਤੀ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਸਿੱਖ ਹੋਏ ਸੇਵਾ ਕਰੇ ਤੇ ਸੇਵਾ ਕਰਕੇ ਕਦੇ ਜਣਾਵੇ ਨਾ ਮੈਂ ਕੀਤੀ ਹੈ। ਕੁਛ ਹੰਕਾਰ ਨਾ ਧਰ ਔਰ ਮਾਹੀ। ਵੀ ਆ ਤੁੱਛ ਜਿਹੜਾ ਭੈੜਾ ਜਿਹਾ ਹੰਕਾਰ ਹੈ ਨੇ ਮਨ ਵਿੱਚ ਨਾ ਕਦੇ ਰੱਖੇ, ਮੈਂ ਮੇਰੀ ਇਸ ਗੱਲ ਤੋਂ ਪਰੇ ਰਹਿਣਾ ਕਰੇ ਸੇਵਾ ਕਰਕੇ। ਫਲ ਕੀ ਨਹੀਂ ਬਾਸ਼ਨਾ ਧਰੈ। ਤੇ ਫਿਰ ਸੇਵਾ ਕਰਦਿਆਂ ਮਨ ਵਿੱਚ ਕੋਈ ਵਾਸ਼ਨਾ ਨਾ ਰੱਖੇ ਵੀ ਮੈਨੂੰ ਫਲ ਮਿਲੇ, ਫਲ ਦੀ ਕੋਈ ਇੱਛਾ ਨਾ ਰੱਖੇ। ਤਉ ਗੁਰ ਆਗੇ ਲੇਖੇ ਪਰੈ। ਤਾਂ ਫਿਰ ਸਤਿਗੁਰਾਂ ਦੇ ਦਰ ਘਰ ਵਿੱਚ ਸਤਿਗੁਰਾਂ ਦੇ ਅੱਗੇ ਲੇਖੇ ਵਿੱਚ ਪੈ ਜਾਈਦਾ ਹੈ। ਨਾਹੇ ਤਾਂ ਸੇਵਾ ਕਰਨ ਮਝਾਰੀ। ਜੇ ਨਾ ਇਸ ਤਰ੍ਹਾਂ ਹੋਵੇ ਸੇਵਾ ਕਰਦਿਆਂ ਸੇਵਾ ਵਿੱਚ ਰਹਿ ਨੂਨਤਾ ਲਖੈ ਵਿਚਾਰੀ। ਇਹ ਵਿਚਾਰ ਕੇ ਜਾਣ ਲਓ ਵੀ ਊਣਤਾ ਹੀ ਰਹਿ ਜਾਂਦੀ ਸੇਵਾ ਵਿੱਚ। ਸੇਵਾ ਕਰਦਿਆਂ ਜੇ ਹੰਕਾਰ ਆਉਂਦਾ ਹੈ ਨਾ, ਮੈਂ ਮੇਰੀ ਵਾਲੀ ਗੱਲ ਜੀ ਆਉਂਦੀ ਹੈ ਵਿੱਚ, ਤੇ ਜਾਣ ਲੈਣਾ ਚਾਹੀਦਾ ਵੀ ਹੰਕਾਰ ਆਉਣ ਦੇ ਕਾਰਨ ਸੇਵਾ ਵਿੱਚ ਕਮੀ ਰਹਿ ਗਈ ਹੈ। ਗੁਰੂ ਗੋਰ ਮਹਿ ਮੁਰਦਾ ਹੋਏ। ਤੇ ਕਿਵੇਂ ਸੇਵਾ ਕਰਨੀ ਚਾਹੀਦੀ ਹੈ? ਮਾਰੇ ਕਹਿੰਦੇ ਜਿਵੇਂ ਮੜੀ ਵਿੱਚ ਉਹਦੇ ਵਿੱਚ ਕਬਰ ਵਿੱਚ ਮੁਰਦਾ ਪੈ ਜਾਂਦਾ ਨਾ, ਬਸ ਜਿਵੇਂ ਪਾ ਦਿੱਤਾ ਉਵੇਂ ਪੈ ਜਾਂਦਾ। ਇਹ ਪੀੜੀ ਆ, ਕਬਰ ਸੌੜੀ ਖੁੱਲੀ ਹੈ, ਉੱਚੀ ਹੈ, ਨੀਵੀਂ ਹੈ, ਮੁਰਦਾ ਥੋੜ੍ਹੀ ਬੋਲਦਾ। ਤੋ ਭਾਈ ਗੁਰਦਾਸ ਜੀ ਵੀ ਕਹਿੰਦੇ ਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰਦਾ ਹੋਵੇ, ਗੁਰੂ ਰੂਪੀ ਕਬਰ ਹੋਵੇ ਤੇ ਸਿੱਖ ਹੁਕਮ ਰੂਪੀ ਮੁਰਦਾ ਜਾਂ ਸਿੱਖ ਰੂਪੀ ਮੁਰਦਾ ਗੁਰੂ ਦੇ ਹੁਕਮ ਰੂਪੀ ਕਬਰ ਵਿੱਚ ਪੈ ਜਾਵੇ। ਪਾਵਹਿ ਭਲੇ ਪਰਮ ਪਦ ਸੋਏ। ਤੇ ਜਿਹੜਾ ਇਸ ਤਰ੍ਹਾਂ ਮਹਾਰਾਜ ਦਾ ਭਾਣਾ ਸਤ ਕਰਕੇ ਹੁਕਮ ਮੰਨ ਲੈਂਦਾ ਹੈ, ਉਹ ਪਰਮ ਪਦਵੀ ਪ੍ਰਾਪਤ ਕਰਦਾ, ਵੱਡੀ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਅੰਗ ਹਿਲਾਏ ਨ ਆਪ ਜਨਾਵੈ। ਜਿਵੇਂ ਮੁਰਦਾ ਅੰਗ ਜੇ ਨਹੀਂ ਨਾ ਹਿਲਾਉਂਦਾ, ਜਿਵੇਂ ਪਾ ਤੋਂ ਵੀ ਪੈ ਜਾਂਦਾ, ਇਸ ਤਰ੍ਹਾਂ ਮਹਾਰਾਜ ਦਾ ਹੁਕਮ ਰੂਪੀ ਕਬਰ ਵਿੱਚ ਸਿੱਖ ਇਸ ਤਰ੍ਹਾਂ ਪੈ ਜਾਵੇ ਜਿਵੇਂ ਮੁਰਦਾ ਅੰਗ ਨਹੀਂ ਹਿਲਾਉਂਦਾ। ਨਾ ਨੁਕਰ ਕੋਈ ਨਾ ਕਰੇ, ਬਸ ਜੋ ਹੈ ਸਤ ਬਚਨ ਕਹਿ ਕਰਕੇ ਮੰਨ ਲਵੇ। ਗੁਰ ਭਾਣੇ ਮਹਿ ਨਿਤ ਹਰ ਖਾਵੈ। ਤੇ ਗੁਰੂ ਦੇ ਭਾਣੇ ਵਿੱਚ ਸਦਾ ਪ੍ਰਸੰਨ ਰਹਿਣਾ ਕਰੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੇ ਗੁਰ ਜ਼ਹਿਰ ਦੇ ਸਿੱਖ ਹੀ ਕੋ। ਤੇ ਮੰਨ ਲਓ ਜੇ ਗੁਰੂ ਜ਼ਹਿਰ ਦਿੰਦਾ ਨਾ ਸਿੱਖ ਨੂੰ ਪੀਣ ਵਾਸਤੇ, ਪਾਣ ਕਰੈ ਨਿਹ ਸੰਸੇਹੀ ਕੋ। ਤੇ ਮਨ ਵਿੱਚ ਸੰਸਾ ਨਾ ਕਰੇ ਵੀ ਇਹ ਗੁਰੂ ਮੇਰੀ ਮੌਤ ਚਾਹੁੰਦਾ। ਜੇ ਗੁਰੂ ਜ਼ਹਿਰ ਵੀ ਦੇਵੇ ਤੇ ਸੰਸਾ ਕੀਤੇ ਬਿਨਾਂ ਚੁੱਪ ਕਰਕੇ ਛਕ ਲਵੇ, ਜਾਣੇ ਮੇਰਾ ਐਸੇ ਵਿੱਚ ਹੀ ਭਲਾ ਹੈ। ਮਨ ਜਾਣਹਿ ਮਮ ਭਲਾ ਕਰਨ ਤੇ। ਵੀ ਮਨ ਕਰਕੇ ਜਾਣੇ ਵੀ ਜੇ ਗੁਰੂ ਮੈਨੂੰ ਜ਼ਹਿਰ ਵੀ ਦੇ ਰਹੇ ਆ ਨਾ, ਤੇ ਇਹਦੇ ਵਿੱਚ ਵੀ ਮੇਰਾ ਹੀ ਭਲਾ ਹੈ। ਗੁਰ ਦਿਸ਼ ਦੋਸ਼ ਨਹੀਂ ਚਿਤਵੰਤੇ। ਤੇ ਚਿੱਤ ਵਿੱਚ ਗੁਰੂ ਦੇ ਤਰਫੇ ਦੋਸ਼ ਨਾ ਕੋਈ ਚੇਤਾ ਕਰੇ, ਗੁਰੂ ਦੇ ਤਰਫੇ ਦੋਸ਼ ਨਾ ਕੋਈ ਦੇਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ 'ਚ ਖਾਲਸਾ ਜੀ ਅੱਗੇ ਸਾਖੀ ਆ ਜਾਣੀ ਹੈ। ਬਾਬਾ ਪਿਰਥੀ ਚੰਦ ਜੀ ਬਹੁਤ ਈਰਖਾ ਕਰਦੇ ਸੀ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਮੀਰੀ ਪੀਰੀ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ, ਤੇ ਹੈ ਤਾਂ ਤਾਇਆ ਹੀ ਲੱਗਦੇ ਸੀ, ਪਰ ਚਾਹੁੰਦੇ ਸੀ ਵੀ ਰਹੇ ਨਾ, ਵੀ ਉਤੋਂ ਜਿਹੜੀ ਗੁਰਿਆਈ ਆ ਮਿਹਰਬਾਨ ਨੂੰ ਮਿਲ ਜਾਏ। ਗੁਰੂ ਘਰ ਦਾ ਜਿਹੜਾ ਪ੍ਰੋਤ ਸੀ ਨਾ ਸਾਧ ਸੰਗਤ ਜੀ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਾਗੇ ਰਹਿੰਦਾ ਸੀ, ਪਾਲਣ ਪੋਸ਼ਣ ਵੀ ਕਰਦਾ ਸੀ, ਚੰਗੀ ਸਿੱਖਿਆ ਵੀ ਦਿੰਦਾ ਸੀ,
ਇਹ ਬੀਬੀ ਕਰਮੋ ਵਰਗਿਆਂ, ਪਿਰਥੀ ਚੰਦ ਵਰਗਿਆਂ ਖਰੀਦ ਲਿਆ। ਉਹਨੂੰ ਆਖਿਆ ਵੀ ਤੂੰ ਦਹੀਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਪਾ ਦੇ। ਉਹਨੇ ਲਾਲਚ ਵਸਾ ਕੇ ਸਾਧ ਸੰਗਤ ਜੀ ਉਸੇ ਤਰ੍ਹਾਂ ਕੀਤਾ, ਜ਼ਹਿਰ ਪਾ ਦਿੱਤਾ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛਕਾਵੇ, ਮਹਾਰਾਜ ਬਾਲ ਸੀ, ਬੱਚਾ ਉਮਰ ਸੀ, ਤੇ ਮਹਾਰਾਜ ਛਕਣ ਨਾ, ਕਿਉਂਕਿ ਸਾਧ ਸੰਗਤ ਜੀ ਕੋਈ ਸਧਾਰਨ ਤਾਂ ਹੈ ਨਹੀਂ ਸੀ, ਪਰਮੇਸ਼ਰ ਰੂਪ ਸਨ। ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਛਕਣ ਨਾ, ਉਹ ਜ਼ੋਰ ਪਾਵੇ ਬ੍ਰਾਹਮਣ ਤੇ। ਮਹਾਰਾਜ ਨੇ ਬੜੀ ਉੱਚੀ ਜਿਵੇਂ ਚੀਕ ਮਾਰ ਤੇ ਹੱਥੜ ਮਾਰੀ ਦੀ ਉੱਚੀ ਚੀਕ ਮਾਰੀ, ਭਵਕਾਰ ਮਾਰੀ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ, ਬ੍ਰਾਹਮਣ ਜੀ ਕੀ ਗੱਲ ਹੈ, ਕਿਉਂ ਸਾਹਿਬਜ਼ਾਦਾ ਇਸ ਤਰ੍ਹਾਂ ਕਰਦੇ? ਕਹਿੰਦੇ ਮਹਾਰਾਜ ਦਹੀਂ ਅੱਗੇ ਖਾ ਲੈਂਦੇ, ਅੱਜ ਦਹੀਂ ਨਹੀਂ ਛਕ ਰਹੇ, ਤੁਸੀਂ ਕਹੋ ਇਹਨਾਂ ਨੂੰ ਛਕ ਲੈਣ। ਤਾਂ ਗੁਰੂ ਅਰਜਨ ਦੇਵ ਮਹਾਰਾਜ ਵੀ ਜਾਨੀ ਜਾਣ ਸੱਚੇ ਪਾਤਸ਼ਾਹ ਹੀ ਸਨ। ਕਹਿੰਦੇ ਬ੍ਰਾਹਮਣ ਜੀ ਜੇ ਨਹੀਂ ਛਕਦੇ ਸਾਹਿਬਜ਼ਾਦੇ ਤੁਸੀਂ ਛਕ ਲਓ। ਰੰਗ ਪੀਲਾ ਪੈ ਗਿਆ। ਮਹਾਰਾਜ ਜਾਣ ਗਏ ਵੀ ਇਹ ਬ੍ਰਾਹਮਣ ਦੇ ਮਨ ਵਿੱਚ ਪਾਪ ਹੈ। ਸੱਚੇ ਪਾਤਸ਼ਾਹ ਜੀਆਂ ਦੇ ਘਰ ਵਿੱਚ ਨਾ ਸਾਧ ਸੰਗਤ ਜੀ, ਜਿਵੇਂ ਛੋਟਾ ਜਿਹਾ ਕਹਿੰਦੇ ਚਿੱਟੇ ਰੰਗ ਦਾ ਕੁੱਤਾ ਹੁੰਦਾ ਸੀ, ਗੁਰੂ ਅਰਜਨ ਦੇਵ ਮਹਾਰਾਜ ਦੇ ਸਦਾ ਸਿੰਘਾਸਣ ਦੇ ਹੇਠਾਂ ਹੀ ਬੈਠਦਾ ਹੁੰਦਾ ਸੀ, ਮੰਜੇ ਹੇਠਾਂ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਉਹ ਕਟੋਰੀ ਜਿਹੜੀ ਸੀ ਦਹੀਂ ਵਾਲੀ, ਉਹ ਕੁੱਤੇ ਦੇ ਅੱਗੇ ਰੱਖ ਦਿੱਤੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਖਾ। ਹੁਣ ਉਹ ਕੁੱਤਾ ਕਿਹੜੇ ਘਰ ਦਾ? ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ, ਸੋਝੀ ਉਹਨੂੰ ਵੀ ਸਾਰੀ ਹੈ। ਉਹ ਅੱਖਾਂ 'ਚ ਪਾਣੀ ਲੈ ਆਇਆ ਵੀ ਉਹ ਜਾਣਦਾ ਹੈ ਵੀ ਇਹਦੇ ਵਿੱਚ ਜ਼ਹਿਰ ਹੈ। ਉਹ ਖੜਾ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰਾ ਐਸੇ ਜੀ ਭਲਾ ਹੈ, ਸਾਨੂੰ ਵੀ ਪਤਾ ਇਹਦੇ ਵਿੱਚ ਜ਼ਹਿਰ ਹੈ ਤੇ ਇਹ ਛਕ ਲੈ, ਇਸੇ ਜੀ ਤੇਰਾ ਭਲਾ ਹੈ। ਉਹ ਨੇਤਰਾਂ ਦੇ ਵਿੱਚੋਂ ਜਲ ਵਹਾਉਂਦਾ ਹੋਇਆ ਖਾਲਸਾ ਜੀ ਗੁਰੂ ਘਰ ਦਾ ਕੁੱਤਾ, ਉਹਨੇ ਜ਼ਹਿਰ ਖਾਧੀ ਤੇ ਤੜਫ ਤੜਫ ਕੇ ਥਾਂ ਹੀ ਉਹ ਚੜ੍ਹਾਈ ਕਰ ਗਿਆ। ਤੋ ਵੇਖੋ ਵੀ ਇੱਕ ਕੁੱਤਾ ਹੈ, ਨਖਿੱਧ ਜੂਨੀ ਹੈ, ਪਰ ਗੁਰੂ ਦਾ ਹੁਕਮ ਮੰਨਣ ਲੱਗਿਆ ਸਾਧ ਸੰਗਤ ਜੀ ਉਹਨੇ ਦੇਰੀ ਨਹੀਂ ਲਾਈ, ਪ੍ਰਾਣ ਤਿਆਗ ਦਿੱਤੇ ਵੀ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ। ਜਿਵੇਂ ਕਹਿ ਤਾ ਚਾਹੇ ਜ਼ਹਿਰ ਹੀ ਹੈ, ਕਿਉਂਕਿ ਚਾਹੇ ਕੁੱਤਾ ਹੈ, ਕੀੜਾ ਵੀ ਸਾਧ ਸੰਗਤ ਜੀ ਮਾਰੋ ਤੇ ਉਹ ਵੀ ਜਾਨ ਬਚਾਉਣ ਨੂੰ ਭੱਜਦਾ। ਤੋ ਉਹ ਕੁੱਤੇ ਨੇ ਮਹਾਰਾਜ ਦਾ ਹੁਕਮ ਇਸ ਤਰ੍ਹਾਂ ਮੰਨਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਤੇ ਇਹਦੇ 'ਚ ਮੇਰਾ ਭਲਾ ਹੀ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਕਵੀ ਜੀ ਕਹਿੰਦੇ ਜੇ ਗੁਰੂ ਜ਼ਹਿਰ ਵੀ ਦੇਵੇ ਨਾ, ਇਹ ਜਾਣ ਕੇ ਪੀ ਲਓ ਵੀ ਮਣਾ ਇਸੇ 'ਚ ਹੀ ਤੇਰਾ ਛੁਟਕਾਰਾ ਹੈ, ਇਸੇ 'ਚ ਹੀ ਤੇਰਾ ਭਲਾ ਹੈ। ਗੁਰੂ ਦੇ ਤਰਫੇ ਦੋਸ਼ ਨਾ ਦੇਵੇ ਕਦੇ, ਸਿਰ ਧਰ ਤਲੀ ਗਲੀ ਗੁਰ ਬਰੈ। ਕਿਉਂਕਿ ਜਿਹੜਾ ਇਹ ਗੁਰੂ ਮਾਰਗ ਆ ਨਾ ਸਿੱਖੀ ਦਾ, ਇਹ ਤਾਂ ਮਰ ਜੀਵੜਿਆਂ ਦਾ ਮਾਰਗ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੋ ਹੰਕਾਰ ਰੂਪੀ ਸਿਰ ਵੱਢ ਕੇ ਤੇ ਨਿਮਰਤਾ ਰੂਪੀ ਤਲੀ ਤੇ ਰੱਖ ਕੇ ਗੁਰੂ ਦੇ ਹੁਕਮ ਰੂਪੀ ਗਲੀ ਵਿੱਚ ਆਉਣਾ ਚਾਹੀਦਾ ਹੈ। ਮ੍ਰਿਤ ਸਮ ਰਹਿ ਤਰਕ ਨਹਿ ਕਰੈ। ਤੇ ਮਰਿਆ ਵਾਂਗੂ ਸਦਾ ਰਹੇ, ਜਿਵੇਂ ਮੁਰਦਾ ਬੋਲਦਾ ਨਹੀਂ, ਕਿਸੇ ਬਚਨ ਤੇ ਮਹਾਰਾਜ ਦੇ ਤੇ ਤਰਕ ਨਾ ਕਰੇ। ਮਹਾ ਕਠਿਨ ਸਤਿਗੁਰ ਕੀ ਸੇਵਾ। ਬਾਕੀ ਭਾਈ ਸਤਿਗੁਰਾਂ ਦੇ ਘਰ ਦੀ ਜਿਹੜੀ ਸੇਵਾ ਹੁੰਦੀ ਹੈ ਤਾਂ ਬੜੀ ਕਰੜੀ ਹੈ। ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਮਹਾਰਾਜ ਕਹਿੰਦੇ ਗੁਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਸੁਖ ਬਹੁਤ ਦਿੰਦੀ ਹੈ। ਤੋ ਕਵੀ ਜੀ ਕਹਿੰਦੇ ਭਾਈ ਸਤਿਗੁਰਾਂ ਦੇ ਘਰ ਦੀ ਸੇਵਾ ਬੜੀ ਕਰੜੀ ਹੈ। ਜਿਨ੍ਹਾਂ ਕਰੀ ਸੋ ਜਾਣਹਿ ਭੇਵਾ। ਇਹ ਤਾਂ ਭੇਦ ਜਿਹੜਾ ਨਾ ਗੁਰੂ ਕੀ ਸੇਵਾ ਦਾ ਭਾਈ ਮੰਝ ਜੀ ਵਰਗੇ ਜਾਣਦੇ ਆ, ਜਿਨ੍ਹਾਂ ਨੇ ਵੱਡੀ ਸੇਵਾ ਕੀਤੀ ਹੈ। ਲਹਿ ਏਕਤਾ ਗੁਰ ਮਹਿ ਸੋਈ। ਤੇ ਅੰਤਲੇ ਸਮੇਂ ਨੂੰ ਗੁਰੂ ਦੇ ਵਿੱਚ ਏਕਤਾ ਪ੍ਰਾਪਤ ਸਿੱਖ ਗੁਰੂ ਦਾ ਰੂਪ ਹੋ ਜਾਂਦਾ ਹੈ। ਆਵਨ ਜਾਣ ਹੀ ਪੁਨ ਹੋਈ। ਤੇ ਆਉਣਾ ਜਾਣਾ ਪੁਨਾ ਫਿਰ ਉਹਦਾ ਭਾਵ ਜੰਮਣ ਮਰਨ ਜਿਹੜਾ ਨਾ ਆਉਣਾ ਜਾਣਾ ਉਹ ਛੁੱਟ ਜਾਂਦਾ ਹੈ ਉਸ ਸਿੱਖ ਦਾ, ਜਿਹੜਾ ਗੁਰੂ ਕੇ ਹੁਕਮ ਵਿੱਚ ਰਹਿਣ ਲੱਗ ਜਾਵੇ, ਸੱਤ ਕਰਕੇ ਭਾਣਾ ਮੰਨੇ, ਉਹਨਾਂ ਸਿੱਖਾਂ ਦਾ ਆਉਣ ਜਾਣ ਮੁੱਕ ਜਾਂਦਾ ਹੈ। ਕੋਟ ਜਨਮ ਕੋ ਭ੍ਰਮਣੋ ਰਹਿਓ। ਤੇ ਕਰੋੜਾਂ ਜਨਮਾਂ ਦਾ ਜਿਹੜਾ ਭਰਮਣ ਹੁੰਦਾ ਨਾ, ਜਾਂ ਇੱਕ ਮਨੁੱਖਾ ਜੂਨੀ ਦੀ 100 ਸਾਲ ਉਮਰ, 84 ਲੱਖ ਜੂਨਾਂ ਦੀ ਕਿੰਨੀ ਉਮਰ ਹੋਵੇਗੀ, ਪੱਥਰਾਂ ਦੀ 20 ਜੂਨ ਮੰਨੀ, ਬ੍ਰਿਛ 300 ਸਾਲ ਖੜੇ ਰਹਿੰਦੇ ਆ। ਤੋ ਕਵੀ ਜੀ ਕਹਿੰਦੇ ਭਾਈ ਇਸ ਤਰ੍ਹਾਂ ਹੈ ਤੇ ਕਰੋੜਾਂ ਜਨਮਾਂ ਦਾ ਜਿਹੜਾ ਭ੍ਰਮਣ ਆ ਨਾ ਉਹ ਖਤਮ ਹੋ ਜਾਂਦਾ ਹੈ। ਦੁਰਲਭ ਦੇਹੋ ਕੋ ਫਲ ਜੁਤ ਲਹਿਓ। ਆਏ ਮਨੁੱਖਾ ਦੇ ਹੀ ਹੈ ਤੋ ਦੁਰਲਭ, ਔਖੀ ਮਿਲਣ ਵਾਲੀ, ਪਰ ਇਹਦਾ ਫਲ ਸਹਿਤ ਹੋ ਜਾਂਦੀ ਹੈ ਜਦੋਂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਪੂਰੇ ਉਤਰ ਜਾਈਏ। ਮਹਾ ਕਸ਼ਟ ਤੇ ਗੁਰੂ ਬਚਾਵੈ। ਤੇ ਮਹਾਨ ਕਸ਼ਟ ਜਿਹੜਾ ਨਰਕਾਂ ਦਾ ਨਾ, ਕੁੰਭੀ ਨਰਕ ਦਾ ਤੇ ਆਦਿਕ ਹੋਰ ਜਿਹੜਾ ਹੈ,
ਇਹ ਸਾਰੇ ਜਿਹੜੇ ਕਸ਼ਟ ਇਹਨਾਂ ਦੁੱਖਾਂ ਤੋਂ ਸਤਿਗੁਰੂ ਬਚਾ ਲੈਂਦੇ ਆ। ਨਹੀਂ ਅਪਰਤੇ ਅਸਫਲ ਵੀ ਪਾਵੈ। ਹੋਰ ਕਿਸੇ ਦੇਵੀ ਦੇਵਤੇ ਦੀ ਮੜੀ ਮਸਾਣੀ ਦੀ ਪੂਜਾ ਤੋਂ ਇਹੋ ਜਿਹਾ ਫਲ ਨਹੀਂ ਮਿਲਦਾ ਜਿਹੜਾ ਸਤਿਗੁਰਾਂ ਤੋਂ ਮਿਲ ਸਕਦਾ ਹੈ। ਵੱਡੇ ਭਾਗ ਤੇ ਲਹਿ ਗੁਰ ਸੇਵਾ। ਇਸ ਕਰਕੇ ਸਾਧ ਸੰਗਤ ਜੀ ਵੱਡੇ ਭਾਗ ਹੋਣ ਤਦੇ ਹੀ ਸਤਿਗੁਰਾਂ ਦੇ ਘਰ ਦੀ ਸੇਵਾ ਮਿਲਦੀ ਹੈ। ਧੰਨ ਪੁਰਖ ਜੋ ਜਾਣੈ ਭੇਵਾ। ਉਹ ਪੁਰਖ ਭਾਈ ਧਨਤਾ ਯੋਗ ਹੈ ਜਿਹੜੇ ਸਤਿਗੁਰਾਂ ਦੇ ਘਰ ਦੀ ਸੇਵਾ ਦੇ ਵਿੱਚੋਂ ਮਿਲਣ ਵਾਲੇ ਫਲ ਦਾ ਆਨੰਦ ਦਾ ਭੇਦ ਜਾਣਦੇ ਆ। ਪਰਮੇਸ਼ਰ ਜਬ ਹੋਏ ਪ੍ਰਸੰਨ। ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ। ਉਹ ਹੁਣ ਉਹੀ ਜਾਣਦਾ ਨਾ ਜਿਹਨੇ ਖਾਧੀ ਆ ਮਠਿਆਈ। ਤੋ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਜਿਨ੍ਹਾਂ ਸੇਵਾ ਕੀਤੀ, ਪਰਮੇਸ਼ਰ ਜਬ ਹੋਏ ਪ੍ਰਸੰਨ, ਜਦੋਂ ਪ੍ਰਭੂ ਪਰਮੇਸ਼ਰ ਪ੍ਰਸੰਨ ਹੁੰਦੇ ਆ, ਖੁਸ਼ ਹੁੰਦੇ ਹਨ, ਗੁਰੂ ਮਿਲਾਏ ਬਣਾਵਹਿ ਧੰਨ। ਉਦੋਂ ਫਿਰ ਗੁਰੂ ਦਾ ਮਿਲਾਪ ਹੁੰਦਾ। ਪਰਮੇਸ਼ਰ ਨੇ ਜਦੋਂ ਆਪ ਦੇ ਨਾਲ ਮਿਲਣਾ ਹੁੰਦਾ ਫਿਰ ਪਹਿਲਾਂ ਗੁਰੂ ਦਾ ਮਿਲਾਪ ਕਰਵਾਉਂਦਾ ਤੇ ਧਨ ਬਣਾ ਦਿੰਦਾ ਹੈ। ਗੁਰ ਪ੍ਰਸੰਨ ਹੋਏ ਸੇਵ ਕਰਨ ਤੇ। ਗੁਰੂ ਜੀ ਸੱਚੇ ਪਾਤਸ਼ਾਹ ਜੀ ਸੇਵਾ ਕਰਨ ਵਾਲਿਆਂ ਤੇ ਬੜਾ ਪ੍ਰਸੰਨ ਹੁੰਦੇ ਆ। ਪ੍ਰਭੂ ਮਿਲਾਏ ਕਰਹਿ ਭਗਵੰਤੇ। ਤੇ ਪ੍ਰਭੂ ਮਿਲਾ ਦਿੰਦੇ ਗੁਰੂ ਜੀ, ਫਿਰ ਪਰਮੇਸ਼ਰ ਦੇ ਨਾਲ ਮੇਲ ਕਰਾ ਦਿੰਦੇ ਐ, ਪਰਮੇਸ਼ਰ ਦੇ ਵਿੱਚ ਅਭੇਦਤਾ ਕਰਾ ਦਿੰਦੇ ਹਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਭਾਗਾਂ ਵਾਲੇ ਬਣਾ ਦਿੰਦੇ ਹਨ। ਇਸ ਵਿਦ ਸਿੱਖਣ ਵਿਖੈ ਪ੍ਰਸੰਗ। ਤੋ ਕਵੀ ਜੀ ਕਹਿੰਦੇ ਸਾਰਾ ਪ੍ਰਸੰਗ ਸਿੱਖਾਂ ਸਾਰਿਆਂ ਦੇ ਵਿੱਚ। ਮਹਿਮਾ ਜਾਣ ਰਹੇ ਗੁਰ ਸੰਗ। ਬਾਬਾ ਬੁੱਢਾ ਸਾਹਿਬ ਜੀਆਂ ਦੱਸਿਆ ਤੇ ਸਾਰੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਮਹਿਮਾ ਜਾਣ ਗਏ ਵੀ ਇਹ ਤਾਂ ਸੇਵਾ ਕਰਕੇ ਵੀ ਨੀਵਿਆਂ ਦਾ ਦਰ ਹੈ। ਉਹ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਆਬਾ ਭਾਵ ਗਵਾ ਕੇ ਸੇਵਾ ਕਰੀਓ ਸੇਵਾ ਪ੍ਰਵਾਨ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਤੋ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਚਿਤ ਲਾ ਕੇ, ਚਿਤ ਹੰਕਾਰ ਵਾਲੇ ਪਾਸੇ ਨਹੀਂ, ਨਿਮਰਤਾ ਵਿੱਚ ਲਾ ਕਰਕੇ ਕਰੇ। ਸਤਿਗੁਰਾਂ ਦੇ ਘਰ ਦੀ ਮਹਿਮਾ ਜਾਣ ਗਏ ਸਿੱਖ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਰਹਿੰਦੇ ਹਨ। ਆਪਾ ਨਹਿ ਜਨਾਏ ਗੁਰ ਆਗੇ। ਤੇ ਜਾਣ ਗਏ ਵੀ ਆਪਦਾ ਆਪਾ ਨਹੀਂ ਕਦੇ ਜਣਾਉਣਾ ਚਾਹੀਦਾ ਸਤਿਗੁਰਾਂ ਦੇ ਅੱਗੇ। ਨਿਸ ਦਿਨ ਰਹਿ ਸੇਵ ਮਹਿ ਲਾਗੇ। ਤੇ ਸਿੱਖਾਂ ਵਿੱਚ ਫਿਰ ਬੜੀ ਨਿਮਰਤਾ ਆਈ। ਮਹਾਰਾਜ ਨੇ ਸਭ ਸਿੱਖਾਂ ਦੇ ਸ਼ੰਕੇ ਦੂਰ ਕਰਵਾ ਦਿੱਤੇ। ਬਾਬਾ ਬੁੱਢਾ ਸਾਹਿਬ ਜੀ ਤੋਂ ਸਾਖੀ ਸੁਣਵਾ ਕਰਕੇ ਸਾਰੇ ਸਿੱਖ ਸੇਵਾ ਵਿੱਚ ਲੱਗੇ ਹੋਏ ਆ ਨਿਭ ਕੇ। ਇਮ ਸ਼੍ਰੀ ਅੰਮ੍ਰਿਤਸਰ ਕਰ ਪੂਰਨ। ਕਵੀ ਜੀ ਕਹਿੰਦੇ ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦਾ ਪਾਵਨ ਸਥਾਨ ਪੂਰਾ ਬਣਾ ਕਰਕੇ ਮਹਿਮਾ ਬਰਨੈ ਪਾਪਣ ਚੂਰਨ। ਤੇ ਮਹਾਰਾਜ ਆਪ ਹੀ ਮਹਿਮਾ ਗਾਉਂਦੇ ਆ। ਸੱਚੇ ਪਾਤਸ਼ਾਹ ਆਪ ਹੀ ਸਥਾਨ ਬਣਵਾ ਕੇ ਸੋਹਣਾ ਤੇ ਪਰਮੇਸ਼ਰ ਰੂਪ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਦੀ ਉਸਤਤ ਕਰੀ ਜਾਂਦੇ ਆ। ਉਹ ਹਰਿਮੰਦਰ ਸਾਹਿਬ ਦੀ ਉਸਤਤ ਸੋਠ ਰਾਗ ਤੇ ਆਦਿਕ ਸੂਹੀ ਰਾਗ ਵਿੱਚ ਕਰਦੇ ਆ। ਇਹ ਪਾਵਨ ਸਥਾਨ ਦੀ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਬੱਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰਹਾਂ ਨਾਨਕ ਕਸਮ ਲਜਾਹੇ ਨਹਾਇਆ ਰਾਮਦਾਸ ਸਰ। ਇਹੋ ਜੀ ਮਹਿਮਾ ਗੁਰੂ ਅਰਜਨ ਦੇਵ ਮਹਾਰਾਜ ਸੁਣਾਉਂਦੇ ਆ ਸਿੱਖਾਂ ਨੂੰ। ਭਾਈ ਇਹ ਸਰੋਵਰ ਮਹਾਨ ਹੈ, ਇਹ ਪਰਮੇਸ਼ਰ ਦਾ ਸਥਾਨ ਮਹਾਨ ਹੈ। ਜੋ ਇਸ ਸਥਾਨ ਤੇ ਝੁਕੇਗਾ, ਮਨ ਲਾ ਕਰਕੇ ਸੇਵਾ ਕਰੇਗਾ ਤੇ ਮਨ ਇੱਛੇ ਫਲਾਂ ਦੀ ਪ੍ਰਾਪਤੀ ਕਰ ਲਵੇਗਾ। ਤੇ ਪਾਪਾਂ ਦਾ ਮਹਾਰਾਜ ਸਿੱਖਾਂ ਦੇ ਚੂਰਨ ਬਣਾਈ ਜਾਂਦੇ, ਭਾਵ ਨਾਸ਼ ਕਰੀ ਜਾਂਦੇ ਆ। ਸ਼ੁਭ ਸਿੱਖਿਆ ਜਦੋਂ ਇਹਦੇ ਵਿੱਚ ਜਾਂਦੀ ਹੈ ਸਾਧ ਸੰਗਤ ਜੀ, ਫਿਰ ਦੋ ਚੀਜ਼ਾਂ ਇੱਕ ਥਾਂ ਨਹੀਂ ਰਹਿੰਦੀਆਂ। ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿੰਦੀਆਂ। ਜਿੰਨਾ ਸਮਾਂ ਸਾਧ ਸੰਗਤ ਜੀ ਬਿਰਤੀ ਬਾਹਰ ਮੁਖੀ, ਉਹਨਾਂ ਸਮਾਂ ਅੰਤਰਮੁਖੀ ਨਹੀਂ ਹੁੰਦੀ। ਜਦੋਂ ਅੰਤਰਮੁਖੀ ਬਿਰਤੀ ਹੋਵੇ ਉਦੋਂ ਫਿਰ ਬਾਹਰਮੁਖੀ ਬਿਰਤੀ ਨਾਸ਼ ਹੋ ਜਾਂਦੀ ਹੈ। ਜਿੰਨਾ ਸਮਾਂ ਆਸੁਰੀ ਸੰਪਦਾ ਅੰਦਰ ਹੈ ਉਹਨਾਂ ਸਮਾਂ ਦੈਵੀ ਸੰਪਦਾ ਵਸਦੀ ਨਹੀਂ। ਜਦ ਦੈਵੀ ਸੰਪਦਾ ਵਸਦੀ ਹੈ ਤਾਂ ਆਸੁਰੀ ਸੰਪਦਾ ਦਾ ਨਾਸ਼ ਹੋ ਜਾਂਦਾ ਹੈ। ਇੱਦਾਂ ਹੀ ਜਿੰਨਾ ਸਮਾਂ ਹੰਕਾਰ ਹੈ ਉਹਨਾਂ ਸਮਾਂ ਸੇਵਾ ਨਹੀਂ। ਜਦ ਇਹ ਸੇਵਾ ਹੈ ਫਿਰ ਹੰਕਾਰ ਨਹੀਂ ਹੈ। ਤੋ ਹਉਮੈ ਨਾਵੈ ਵਿਰੋਧ ਹੈ ਦੋਇ ਨਾ ਬਸੈ ਇੱਕ ਠਾਏ। ਜਿੱਥੇ ਨਾਮ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਉੱਥੇ ਨਾਮ ਨਹੀਂ। ਜਿਵੇਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ, ਉਵੇਂ ਸਾਧ ਸੰਗਤ ਜੀ ਜਿੱਥੇ ਨਾਮ ਹੈ ਨਾ, ਸਤਿਗੁਰਾਂ ਦੀ ਸ਼ੁਭ ਸਿੱਖਿਆ ਗ੍ਰਹਿਣ ਕਰੇ ਸਿੱਖ,
ਉੱਥੇ ਫਿਰ ਆ ਪਾਪ ਤੇ ਵਿਸ਼ਈ ਬਿਰਤੀ ਨਹੀਂ ਰਹਿੰਦੀ, ਇਹ ਟਲ ਜਾਂਦੀ ਸਮਾਂ ਪਾ ਪਾ ਕਰਕੇ। ਜਿਵੇਂ ਜਿਵੇਂ ਫਿਰ ਸ਼ੁਭ ਗੁਣਾਂ ਦਾ ਪ੍ਰਭਾਵ ਹਿਰਦੇ ਅੰਦਰ ਵੱਧਦਾ ਜਾਂਦਾ ਹੈ, ਔਗਣ ਖਤਮ ਹੁੰਦੇ ਜਾਂਦੇ ਆ। ਤੇ ਜੇ ਔਗਣ ਵਧਣ ਲੱਗ ਜਾਣ ਫਿਰ ਸਾਧ ਸੰਗਤ ਜੀ ਸ਼ੁਭ ਗੁਣ ਖਤਮ ਹੋਣ ਲੱਗ ਜਾਂਦੇ ਆ। ਗਰੀਬ ਨਵਾਜ ਦੀ ਸ਼ੁਭ ਸਿੱਖਿਆ ਆਪ ਸਾਰੀ ਸੰਗਤ ਦੇ ਹਿਰਦੇ ਵਸੇ। 2 ਰਾਸਾਂ ਖਾਲਸਾ ਜੀ ਇੱਥੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੀਆਂ ਪੂਰਨ ਹੋਈਆਂ। ਅੱਗੇ ਤੀਸਰੀ ਰਾਸ ਪ੍ਰਾਰੰਭ ਹੁੰਦੀ ਹੈ। ਜਿਵੇਂ ਅੱਗੇ ਤੀਸਰੀ ਰਾਸ ਵਿੱਚ ਮੰਗਲ ਕਰਦੇ ਹੋਏ ਕਵੀ ਜੀ ਮਹਾਰਾਜ ਦੀ ਮਹਿਮਾ ਗਾਉਂਦੇ ਆ, ਅਗਲਾ ਪ੍ਰਸੰਗ ਆਰੰਭ ਕਰਨਗੇ। ਉਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਪਿਛਲੇ ਸਮੇਂ ਤੋਂ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਪਾ ਨਹਿ ਜੁਨਾਇ ਗੁਰ ਆਗੇ, ਨਿਸ ਦਿਨ ਰਹੈ ਸੇਵ ਮਹਿ ਲਾਗੇ। ਇਮ ਸ਼੍ਰੀ ਅੰਮ੍ਰਿਤਸਰ ਕਰ ਪੂਰਨ, ਮਹਿਮਾ ਬਰਨੈ ਪਾਪਨ ਚੂਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।